ਅੱਜ 25 ਮਈ ਹੈ, ਦਿਨ ਵੀਰਵਾਰ ਹੈ। ਪੰਜਾਬ ਦੇ ਵਿੱਚ 5 ਦਿਨ ਹੋਰ ਮੀਂਹ ਪਊਗਾ। ਉੱਤਰਾਖੰਡ ਦੇ ਵਿੱਚ ਬਹੁਤ ਬਰਫ਼ ਪੈ ਰਹੀ ਹੈ। 2 ਦਿਨ ਹੇਮਕੁੰਟ ਸਾਹਿਬ ਨਾ ਜਾਇਓ, ਯਾਤਰਾ ਕੱਲ ਤੱਕ ਰੋਕੀ ਗਈ ਹੈ। ਭਗਵੰਤ ਮਾਨ ਦਾ ਸਾਬਕਾ ਸੀਐਮ ਚੰਨੀ ਨੂੰ ਅਲਟੀਮੇਟਮ 31 ਮਈ ਤੱਕ 2 ਕਰੋੜ ਦੀ ਰਿਸ਼ਵਤ ਵਾਲਾ ਸੱਚ ਦੱਸ ਦਿਓ, ਨਹੀਂ ਤਾਂ ਮੈਂ ਦੱਸ ਦਊਂਗਾ। ਚੰਨੀ ਨੇ ਮਾਨ ਨੂੰ ਜਵਾਬ ਦਿੱਤਾ, 31 ਮਈ ਤੱਕ ਇੰਤਜ਼ਾਰ ਨਾ ਕਰੋ, ਅੱਜ ਹੀ ਦੱਸ ਦਿਓ। ਸੀਐਮ ਭਗਵੰਤ ਮਾਨ ਦੀ ਸੁਰੱਖਿਆ ਵਧਾਈ। ਚੰਨੀ ਨੇ ਦਿੱਤੀ Z+ ਸੁਰੱਖਿਆ ਛਤਰੀ ਦੀ ਵਧਾਈ। ਕਿਸਾਨਾਂ ਦੀ ਸਰਕਾਰ ਨਾਲ ਹੋਈਆਂ ਅੱਜ 2 ਵੱਖ-ਵੱਖ ਬੈਠਕਾਂ। ਸਰਕਾਰ ਦਾ ਦਾਅਵਾ ਮੰਗਾਂ ਮੰਨੀਆਂ, ਕਿਸਾਨ ਬਹੁਤੇ ਸੰਤੁਸ਼ਟ ਨਹੀਂ। ਅਕਾਲੀ ਦਲ ਤੇ ਕਾਂਗਰਸ ਨੇ ਆਪ ਸਰਕਾਰ ਤੇ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀ ਨੂੰ ਗ੍ਰਿਫਤਾਰ ਕਰਕੇ ਛੱਡਣ ਦਾ ਲਾਇਆ ਵੱਡਾ ਇਲਜ਼ਾਮ। ਕੱਲ ਨੂੰ 11:30 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 10ਵੀਂ ਦਾ ਨਤੀਜਾ ਐਲਾਨ ਦਿੱਤਾ ਜਾਊਗਾ। ਆਇਲਸ ਨੂੰ ਸਿਲੇਬਸ ਦੇ ਵਿੱਚ ਸ਼ਾਮਲ ਕਰਨ ਦੀ ਤਿਆਰੀ ਦੇ ਵਿੱਚ ਹੈ ਆਪ ਸਰਕਾਰ। ਹੁਣ ਪੰਜਾਬ ਦੇ ਵਿੱਚ ਬੰਦੂਕ ਦੀ ਨੋਕ ਤੇ ਮਹਿੰਗੇ ਕੱਪੜੇ ਵੀ ਖਰੀਦੇ ਜਾਣ ਲੱਗੇ ਨੇ। ਤਰਨਤਾਰਨ ਦੀ ਘਟਨਾ ਹੈ। ਯੂਕੇ ਦੇ ਵਿੱਚ ਪੜਨ ਗਏ ਵਿਦਿਆਰਥੀਆਂ ਨੂੰ ਹੁਣ ਸਪਾਊਸ ਵੀਜ਼ਾ ਵੀ ਨਹੀਂ ਮਿਲੇਗਾ। ਅਮਰੀਕਾ ਨੇ ਬੰਗਲਾਦੇਸ਼ ਦੇ ਲਈ ਨਵੀਂ ਵੀਜ਼ਾ ਨੀਤੀ ਦਾ ਐਲਾਨ ਕਰ ਦਿੱਤਾ ਹੈ ਤੇ ਪੰਜਾਬੀ ਮੂਲ ਦੀ ਵਕੀਲ ਸਵੀਨਾ ਪੰਨੂ ਕੈਲੀਫੋਰਨੀਆ ਦੇ ਵਿੱਚ ਜੱਜ ਬਣ ਗਈ ਹੈ। सत श्री अकाल जी दा खालस टीवी देखने वाले देश दुनिया के साडे सारे दर्शकों का बहुत बहुत स्वागत है। एमरजेंसी बुलेटिन दे नाल मैं हरशरण कौर। अज दे इस खास बुलेटिन दे विच दसांगे तुहानू अज दे दिन दियां यानी कि 25 मई दियां सारियां पंजाब भारत ते दुनिया भर दे नाल जुड़ियां वड्डियां खबरां। शुरुआत करांगे पंजाब दियां खास खबरां तो। मौसम की जानकारी देने तो पहलां तुहानू दस दिंदे हां खास करके पंजाब दे सरकारी मुलाजमां दे लई इह चंगी गल है, खुशी दी गल है कि सरकार दे वित्त विभाग ने सरकारी मुलाजमां नू महंगाई भत्ते दी किश्त जारी करन दा नोटिफिकेशन जारी कर दिता है। ਇਹ ਜਿਹੜੀ ਕਿਸ਼ਤ ਹੈ ਉਹ ਸਰਕਾਰ ਦੇ ਵੱਲੋਂ ਦਿੱਤਾ ਗਿਆ ਇੱਕ ਤੋਹਫਾ ਹੀ ਕਿਹਾ ਜਾ ਸਕਦਾ ਹੈ। ਪੰਜਾਬ ਅਤੇ ਹਰਿਆਣਾ ਸਮੇਤ ਚੰਡੀਗੜ੍ਹ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਾਤ ਨੂੰ ਮੀਂਹ ਪੈਣ ਕਾਰਨ ਤਾਪਮਾਨ ਹੇਠਾਂ ਆ ਗਿਆ। ਇਸ ਤੋਂ ਇੱਕ ਦਿਨ ਪਹਿਲਾਂ ਵਾਲੀ ਰਾਤ ਨੂੰ ਜਿਹੜਾ ਮੀਂਹ ਸੀ ਉਹ ਬਹੁਤ ਹੀ ਹਲਕਾ ਪਿਆ ਸੀ, ਪਰ ਲੰਘੀ ਰਾਤ ਮੀਂਹ ਕਾਫੀ ਜ਼ੋਰਦਾਰ ਪਿਆ ਹੈ। ਮੌਸਮ ਵਿਭਾਗ ਦੇ ਮੁਤਾਬਿਕ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਫਰੀਦਕੋਟ, ਮੋਹਾਲੀ, SBS ਨਗਰ, ਫਤਿਹਗੜ੍ਹ ਸਾਹਿਬ, ਰੂਪਨਗਰ, ਅੰਬਾਲਾ, ਹਰਿਆਣੇ ਦਾ ਅੰਬਾਲਾ, ਨਾਰਨੌਲ, ਰੋਹਤਕ, ਯਮੁਨਾਨਗਰ, ਪੰਚਕੂਲਾ ਸਮੇਤ ਹੋਰਨਾਂ ਥਾਵਾਂ ਤੇ ਕਾਫੀ ਮੀਂਹ ਪਿਆ ਹੈ ਤੇ ਚੰਡੀਗੜ੍ਹ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੀ ਭਵਿੱਖਬਾਣੀ ਵੀ ਜਾਰੀ ਕਰ ਦਿੱਤੀ ਹੈ। ਜਾਣ ਕੇ ਤੁਸੀਂ ਖੁਸ਼ੀ ਹੋਵੋਗੇ ਕਿ 29 ਮਈ ਤੱਕ ਸੂਬੇ ਦੇ ਵਿੱਚ ਮੀਂਹ ਵਾਲਾ ਮੌਸਮ ਹੀ ਬਣਿਆ ਰਹੇਗਾ। 26 ਤੇ 27 ਮਈ ਨੂੰ ਸੂਬੇ 'ਚ ਗਰਜ ਚਮਕ ਦੇ ਨਾਲ ਮੀਂਹ ਪਵੇਗਾ, ਯਾਨੀ ਕਿ ਸ਼ੁੱਕਰਵਾਰ ਤੇ ਸ਼ਨੀਚਰਵਾਰ ਨੂੰ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਫਿਰ 28 ਮਈ ਨੂੰ ਮਾਝਾ, ਦੁਆਬਾ ਤੇ ਪੂਰਬੀ ਮਾਲਵਾ ਦੇ ਵਿੱਚ ਗਰਜਣ ਚਮਕਣ ਦੇ ਨਾਲ ਮੀਂਹ ਤੇ ਪੱਛਮੀ ਮਾਲਵਾ ਦੇ ਵਿੱਚ ਫਿਰ ਗਰਜ ਚਮਕ ਨਾਲ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਦੀਆਂ ਹਵਾਵਾਂ ਚੱਲਣਗੀਆਂ। ਫਿਰ 29 ਮਈ ਨੂੰ ਮਾਝਾ, ਦੁਆਬਾ ਤੇ ਪੂਰਬੀ ਮਾਲਵਾ ਦੇ ਵਿੱਚ ਮੀਂਹ ਤੇ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਦਕਿ ਪੱਛਮੀ ਮਾਲਵਾ ਦੇ ਵਿੱਚ ਕਿਣਮਿਣ ਹੈ ਜਿਹੜੀ ਉਹ ਹੁੰਦੀ ਰਹੇਗੀ। ਸੋ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਆ ਗਈ ਹੈ। ਪਹਿਲਾਂ 26 ਮਈ ਤੱਕ ਮੀਂਹ ਦੱਸਿਆ ਗਿਆ ਸੀ ਤੇ ਹੁਣ ਵੱਧ ਕੇ 29 ਮਈ ਤੱਕ ਹੋ ਗਿਆ। ਇਧਰ ਪੰਜਾਬ ਦੇ ਵਿੱਚ ਜਿੱਥੇ ਮੀਂਹ ਪੈ ਰਿਹਾ ਹੈ, ਉਧਰ ਬਦਲੇ ਮੌਸਮ ਦੇ ਤਹਿਤ ਉੱਤਰਾਖੰਡ ਦੇ ਵਿੱਚ ਬਰਫ਼ਬਾਰੀ ਹੋਈ ਹੈ। ਭਾਰੀ ਬਰਫ਼ਬਾਰੀ ਅਤੇ ਮੀਂਹ ਕਰਕੇ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਪ੍ਰਭਾਵਿਤ ਹੋਈ ਹੈ। ਬਰਫ਼ਬਾਰੀ ਕਾਰਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 2 ਦਿਨਾਂ ਦੇ ਲਈ ਯਾਨੀ ਕਿ ਵੀਰਵਾਰ ਤੇ ਸ਼ੁੱਕਰਵਾਰ ਦੇ ਲਈ ਫਿਲਹਾਲ ਰੋਕ ਦਿੱਤੀ ਗਈ ਹੈ। ਸ੍ਰੀ ਹੇਮਕੁੰਟ ਸਾਹਿਬ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੌਸਮ ਦੇ ਅਲਰਟ ਨੂੰ ਦੇਖਦਿਆਂ ਹੋਇਆਂ ਸੁਰੱਖਿਆ ਦੇ ਲਿਹਾਜ਼ ਨਾਲ ਕੁਝ ਸਮੇਂ ਦੇ ਲਈ ਇਹ ਯਾਤਰਾ ਰੋਕੀ ਗਈ ਹੈ। ਪੂਰੀ ਤਾਂ ਇਹ ਵੀਰਵਾਰ ਨੂੰ ਰੋਕੀ ਗਈ ਤੇ ਸ਼ੁੱਕਰਵਾਰ ਦੇ ਲਈ ਵੀ ਤਕਰੀਬਨ ਰੋਕੀ ਗਈ ਹੈ ਤੇ ਸਾਰੀ ਸੰਗਤ ਨੂੰ ਰਿਸ਼ੀਕੇਸ਼ ਜਾਂ ਫਿਰ ਗੁਰਦੁਆਰਾ ਗੋਬਿੰਦ ਘਾਟ ਵਿਖੇ ਰੋਕ ਦਿੱਤਾ ਗਿਆ ਹੈ, ਜਿਹੜੇ ਕਿ ਪਹਿਲੇ ਪੜਾਵਾਂ ਦੇ ਵਿੱਚ ਆਉਂਦੇ ਨੇ। ਸੰਗਤ ਦੇ ਲਈ ਟਰਸਟ ਦੇ ਵੱਲੋਂ ਨਿਵਾਸ ਅਤੇ ਲੰਗਰ ਦੇ ਪੁਖਤਾ ਪ੍ਰਬੰਧ ਨੇ। ਜੀ ਕੱਲ ਕਿਉਂਕਿ ਮੌਸਮ ਖਰਾਬ ਸੀ ਤੇ ਅੱਜ ਬਰਫ਼ਬਾਰੀ और रात को भी होती रही है जी। गवर्नमेंट एडमिनिस्ट्रेशन ने और फिर ट्रस्ट ने भी ये सोचा कि ਸੇਫਟੀ ਪੁਆਇੰਟ ਆਫ ਵਿਊ ਨਾਲ ਅੱਜ ਦੇ ਦਿਨ ਯਾਤਰਾ ਨੂੰ ਰੋਕ ਦਿੱਤਾ ਜਾਏ ਤੇ ਜਿਹੜੇ ਯਾਤਰੀ ਸੀ ਸਾਡੇ ਅਸੀਂ ਉਹਨਾਂ ਨੂੰ ਗੋਬਿੰਦ ਘਾਟ ਤੋਂ ਧਾਮ ਰੋਕ ਲਿਆ। ਕੱਲ ਮੌਸਮ ਅਗਰ ਖੁੱਲ ਜਾਏਗਾ ਤੇ ਕੱਲ ਨੂੰ ਰੁਕ ਜਾਏਗਾ। ਇਹ ਮੌਸਮ ਦੀ ਭਵਿੱਖਬਾਣੀ ਕੀ ਕਹਿੰਦੀ ਹੈ ਕਿ ਅੱਜ ਤੱਕ ਮੌਸਮ ਵਿਭਾਗ ਨੇ ਅੱਜ ਔਰ ਕੱਲ ਪਹਿਲੇ ਪ੍ਰੈਡਿਕਟ ਕੀਤਾ ਸੀ 25 ਔਰ 26 ਨੂੰ ਮੌਸਮ ਖਰਾਬ ਰਹੇਗਾ, ਉਸ ਤੋਂ ਬਾਅਦ ਮੌਸਮ ਖੁੱਲ੍ਹਾ ਹੈ। ਜੀ ਸੋ ਕਿੰਨੀ ਕੁ ਸੰਗਤ ਆ ਚੁੱਕੀ ਹੈ ਇਹਨੇ ਥੋੜੇ ਦਿਨਾਂ ਦੇ ਵਿੱਚ? ਸੰਗਤ ਸਾਡੇ ਕੋਲ 8,000 ਆਦਮੀ ਦਰਸ਼ਨ ਕਰਕੇ ਜਾ ਚੁੱਕਿਆ ਹੈ
ਪਿਛਲੇ 3 ਦਿਨਾਂ 'ਚ। ਸ਼੍ਰੀ ਹੇਮਕੁੰਟ ਸਾਹਿਬ ਦੀ ਉਚਾਈ 15,210 ਫੁੱਟ ਤੇ ਹੈ। ਮੌਸਮ ਦੇ ਵਿੱਚ ਤਬਦੀਲੀ ਹੋਣ ਦੇ ਨਾਲ ਇੱਥੇ ਅਕਸਰ ਬਰਫ਼ਬਾਰੀ ਹੁੰਦੀ ਰਹਿੰਦੀ ਹੈ ਤੇ ਹੁਣ ਵੀ ਜਦੋਂ ਇਹ ਜਿਹੜਾ ਅਸਥਾਨ ਹੈ ਉਸ ਨੂੰ ਸੰਗਤ ਲਈ ਖੋਲ੍ਹਿਆ ਗਿਆ, ਉਸ ਤੋਂ ਪਹਿਲਾਂ ਬਰਫ਼ਬਾਰੀ ਜਿਹੜੀ ਹੋਈ ਸੀ ਉਹ ਬਰਫ਼ ਨੂੰ ਹਟਾਉਣ ਦਾ ਕੰਮ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਤੇ 20 ਮਈ ਨੂੰ ਇੱਥੋਂ ਯਾਤਰਾ ਸ਼ੁਰੂ ਹੋਈ ਸੀ। ਬਰਫ਼ ਉੱਚੀਆਂ ਪਹਾੜੀਆਂ ਦੇ ਰੂਪ ਦੇ ਵਿੱਚ ਇੱਥੇ ਜੰਮਦੀ ਹੈ, ਪਰ ਹੇਮਕੁੰਟ ਸਾਹਿਬ ਨੂੰ ਜਾਣ ਵਾਲੇ ਰਾਹ ਨੂੰ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਜਵਾਨਾਂ ਨੇ ਖਾਲੀ ਕੀਤਾ। ਮੌਸਮ ਵਿਭਾਗ ਨੇ ਫਿਲਹਾਲ 72 ਘੰਟਿਆਂ ਦਾ ਅਲਰਟ ਜਾਰੀ ਕੀਤਾ। ਜਿਵੇਂ ਹੀ ਮੌਸਮ ਵਿਭਾਗ ਦੇ ਵੱਲੋਂ ਕੋਈ ਨਵਾਂ ਅਲਰਟ ਆਵੇਗਾ, ਯਾਤਰੀਆਂ ਨੂੰ ਦਰਸ਼ਨਾਂ ਦੇ ਲਈ ਰਵਾਨਾ ਕਰ ਦਿੱਤਾ ਜਾਵੇਗਾ। 20 ਮਈ ਤੋਂ ਸ਼ੁਰੂ ਹੋਈ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਅੰਦਾਜ਼ੇ ਮੁਤਾਬਿਕ ਜੇ ਮੌਸਮ ਸਹੀ ਰਿਹਾ ਤਾਂ ਅਕਤੂਬਰ ਤੱਕ ਜਿਹੜਾ ਹੈਗਾ ਉਹ ਚਲਾਇਆ ਜਾਵੇਗਾ, ਯਾਨੀ ਕਿ ਅਕਤੂਬਰ ਤੱਕ ਯਾਤਰਾ ਚੱਲਦੀ ਰਹੇਗੀ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਚਾਲੇ 2 ਕਰੋੜ ਦੀ ਰਿਸ਼ਵਤ ਦੇ ਮਾਮਲੇ ਨੂੰ ਲੈ ਕੇ ਕਾਫੀ ਤਿੱਖਾ ਟਕਰਾਅ ਹੋ ਰਿਹਾ, ਜਾਂ ਕਹਿ ਸਕਦੇ ਹਾਂ ਕਿ ਟਕਰਾਅ ਕਾਫੀ ਵੱਧ ਗਿਆ ਹੈ। ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਨੀ ਨੂੰ ਸਿੱਧਾ ਅਲਟੀਮੇਟਮ ਹੀ ਦੇ ਦਿੱਤਾ, ਆਪਣਾ ਦੋਸ਼ ਮੰਨਣ ਦੇ ਲਈ ਡੈਡਲਾਈਨ ਦੇ ਦਿੱਤੀ। ਕਹਿੰਦੇ ਤੁਸੀਂ ਆਪ ਦੱਸੋਗੇ ਜਾਂ ਫਿਰ ਮੈਂ ਦੱਸਾਂ। ਸੋ ਖਿਡਾਰੀਆਂ ਕੋਲੋਂ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸੀਐਮ ਚੰਨੀ ਨੂੰ ਸਿੱਧਾ ਅਲਟੀਮੇਟਮ ਦਿੰਦਿਆਂ 31 ਮਈ ਦਾ ਸਮਾਂ ਦਿੱਤਾ ਹੈ। ਇਸ ਸਮਾਂ ਦਿੰਦੇ ਹੋਏ ਉਹਨਾਂ ਨੇ ਚੰਨੀ ਨੂੰ ਕਿਹਾ ਕਿ ਉਹ ਆਪਣੇ ਭਾਣਜੇ ਤੇ ਭਤੀਜੇ ਤੋਂ ਰਿਸ਼ਵਤ ਲੈਣ ਦੀ ਜਾਣਕਾਰੀ ਸਾਂਝੀ ਕਰਨ, ਜਨਤਕ ਕਰਨ, ਨਹੀਂ ਤਾਂ ਮੈਂ ਜਨਤਕ ਕਰਾਂਗਾ ਸਬੂਤਾਂ ਦੇ ਨਾਲ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸੀਐਮ ਚੰਨੀ ਨੂੰ ਟਵੀਟ ਕਰਕੇ ਇਹ ਚੇਤਾਵਨੀ ਦਿੱਤੀ ਹੈ। ਧਮਕੀ ਭਰੇ ਲਹਿਜੇ ਦੇ ਵਿੱਚ ਲਿਖਿਆ ਹੈ, ਮਾਣਯੋਗ ਚਰਨਜੀਤ ਚੰਨੀ ਜੀ, ਆਦਰ ਸਹਿਤ ਤੁਹਾਨੂੰ 31 ਮਈ 2 ਵਜੇ ਤੱਕ ਆਪਣੇ ਭਤੀਜੇ ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ, ਨਹੀਂ ਤਾਂ ਫਿਰ 31 ਮਈ ਨੂੰ ਦੁਪਹਿਰੇ 2 ਵਜੇ ਮੈਂ ਫੋਟੋਆਂ, ਨਾਮ ਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਝ ਪੰਜਾਬੀਆਂ ਦੇ ਸਾਹਮਣੇ ਰੱਖ ਦਿਆਂਗਾ। ਇਹਨੂੰ ਕਿਹਾ ਜਾ ਸਕਦਾ ਹੈ ਕਿ ਬੜੇ ਹੀ ਆਦਰ ਸਨਮਾਨ ਦੇ ਨਾਲ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦਿੱਤੀ ਹੈ। ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਤੈਸ਼ ਦੇ ਵਿੱਚ ਆ ਗਏ ਅਤੇ ਉਹਨਾਂ ਨੇ 5 ਵਜੇ ਚਮਕੌਰ ਸਾਹਿਬ ਦੇ ਵਿੱਚ ਮੀਡੀਆ ਨੂੰ ਸੱਦ ਲਿਆ ਅਤੇ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦਰਮਿਆਨ ਸਾਬਕਾ ਸੀਐਮ ਚੰਨੀ ਨੇ ਮੌਜੂਦਾ ਸੀਐਮ ਭਗਵੰਤ ਮਾਨ ਨੂੰ ਚੈਲੰਜ ਕੀਤਾ ਕਿ ਤੁਹਾਨੂੰ 31 ਮਈ ਤੱਕ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ, ਮੈਂ ਜੋ ਆਪਣਾ ਜਵਾਬ ਦੇਣਾ ਸੀ ਉਹ ਮੈਂ ਦੇ ਚੁੱਕਿਆ ਹਾਂ, ਤੁਸੀਂ ਅੱਜ ਹੀ ਲਿਆਓ, ਜੋ ਕੁਝ ਤੁਹਾਡੇ ਕੋਲ ਹੈ ਉਹ ਤੁਸੀਂ ਜਨਤਾ ਦੇ ਸਾਹਮਣੇ ਰੱਖ ਦਿਓ। ਚੰਨੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਨੂੰ ਨੌਕਰੀ ਦਿੱਤੀ ਨਹੀਂ ਤੁਸੀਂ ਉਹਦਾ ਤਾਂ ਰੌਲਾ ਪਾ ਰਹੇ ਹੋ, ਪਰ ਤੁਸੀਂ ਜਾਂਚ ਸਗੋਂ ਇਹ ਕਰੋ ਜਿਨ੍ਹਾਂ ਨੂੰ ਨੌਕਰੀ ਦਿੱਤੀ ਹੈ ਕਿ ਮੈਂ ਉਹਨਾਂ ਤੋਂ ਕੋਈ ਪੈਸਾ ਲਿਆ। ਬਹੁਤ ਸਾਰੇ ਖਿਡਾਰੀਆਂ ਨੂੰ ਕਹਿੰਦੇ ਅਸੀਂ ਨੌਕਰੀਆਂ ਦਿੱਤੀਆਂ ਨੇ, ਉਹਨਾਂ ਦੀ ਜਾਂਚ ਤੁਸੀਂ ਕਰ ਨਹੀਂ ਰਹੇ। ਜਿਹਨੂੰ ਨੌਕਰੀ ਦਿੱਤੀ ਹੀ ਨਹੀਂ, ਜਿਹਨੂੰ ਨੌਕਰੀ ਮਿਲੀ ਹੀ ਨਹੀਂ, ਉਹਦਾ ਰੌਲਾ ਤੁਸੀਂ ਪਾ ਰਹੇ ਹੋ। ਤੇ ਨਾਲ ਹੀ ਚੰਨੀ ਨੇ ਇਹ ਵੀ ਚੈਲੰਜ ਕੀਤਾ ਕਿ ਮੇਰੇ ਬਾਰੇ ਤਾਂ ਲੋਕਾਂ ਸਾਹਮਣੇ ਜੋ ਤੁਸੀਂ ਰੱਖਣਾ ਹੈ ਜ਼ਰੂਰ ਰੱਖੋ, ਪਰ ਨਾਲ ਹੀ ਆਪਣਾ ਹਿਸਾਬ ਕਿਤਾਬ ਵੀ ਰੱਖ ਦਿਓ। ਜਿਹੜਾ ਪੰਜਾਬ ਦੇ ਪੈਸੇ ਤੇ ਤੁਸੀਂ ਬੰਬੇ, ਗੁਜਰਾਤ, ਕਰਨਾਟਕਾ, ਤਾਮਿਲਨਾਡੂ, ਪੱਛਮੀ ਬੰਗਾਲ ਘੁੰਮ ਰਹੇ ਹੋ, ਉੱਥੇ ਇਹ ਦੱਸਿਓ ਕਿ ਪੰਜਾਬੀਆਂ ਦਾ ਕੀ ਸਵਾਰਨ ਜਾ ਰਹੇ ਹੋ। ਸਿਰਫ ਦਿੱਲੀ ਦੀ ਸਰਕਾਰ ਨੂੰ ਬਚਾਉਣ ਵਾਸਤੇ ਪੰਜਾਬ ਦੇ ਖਜ਼ਾਨੇ ਨੂੰ ਵਰਤਣ ਦਾ ਇਲਜ਼ਾਮ ਲਾਉਂਦੇ ਚੰਨੀ ਨੇ ਕਿਹਾ ਕਿ ਉਂਝ ਤਾਂ ਭਗਵੰਤ ਮਾਨ ਦੀ ਉੱਥੇ ਕੋਈ ਲੋੜ ਨਹੀਂ ਹੈ। ਇਹਨਾਂ ਨੂੰ ਕਹਿੰਦੇ ਤਾਂ ਨਾਲ ਲਿਜਾ ਰਹੇ ਨੇ ਕੇਜਰੀਵਾਲ ਸਾਹਿਬ, ਤਾਂ ਕਿ ਪੰਜਾਬ ਦੇ ਜਹਾਜ਼ ਤੇ ਜੇ ਪੰਜਾਬ ਦਾ ਸੀਐਮ ਨਾ ਬੈਠਾ ਤਾਂ ਇਹ ਖਰਚਾ ਦਿੱਲੀ ਵਾਲਿਆਂ ਨੂੰ ਦੇਣਾ ਪਊਗਾ ਤੇ ਦਿੱਲੀ ਸਰਕਾਰ ਦੇ ਉੱਤੇ ਖਰਚਾ ਇਹ ਨਹੀਂ ਪਾਉਣਾ ਚਾਹੁੰਦੇ। ਪੰਜਾਬ ਦੇ ਜਹਾਜ਼ ਕਹਿੰਦੇ ਪੰਜਾਬੀਆਂ ਦੇ ਖੂਨ ਪਸੀਨੇ ਨਾਲ ਚੱਲਦੇ ਨੇ, ਜਿਸ ਨੂੰ ਭਗਵੰਤ ਮਾਨ ਉਡਾ ਰਹੇ ਨੇ। ਪੰਜਾਬ ਦੇ ਖਰਚੇ ਨੂੰ ਜਹਾਜ਼ਾਂ ਦੇ ਧੂਏ ਵਿੱਚ ਉਡਾ ਰਹੇ ਨੇ। ਸੋ ਦੋਵਾਂ ਜਿਹੜੇ ਮੁੱਖ ਮੰਤਰੀਆਂ ਦਾ ਪੇਚਾ ਪੂਰੀ ਤਰ੍ਹਾਂ ਦੇ ਨਾਲ 2 ਕਰੋੜ ਦੇ ਮਸਲੇ ਤੇ ਫਸਿਆ ਹੋਇਆ। ਮੇਰੇ ਪਾਸ 1000 ਬੰਦਾ ਆਉਂਦਾ ਹੈ, ਹਜ਼ਾਰਾਂ ਨੇ ਫੋਟੋਆਂ ਤਰਾਈਆਂ ਹੋਣਗੀਆਂ, ਹਜ਼ਾਰਾਂ ਨੇ ਨੌਕਰੀਆਂ ਮੰਗੀਆਂ ਹੋਣਗੀਆਂ, ਲੇਕਿਨ ਮੈਂ ਅੱਜ ਤੱਕ ਕਿਸੇ ਬਦਲੀ ਦੇ ਵਿੱਚ, ਕਿਸੇ ਨੌਕਰੀ ਦੇਣ ਵਾਸਤੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਜਾ ਕੇ ਮੇਰੇ ਭਤੀਜੇ ਭਾਣਜੇ ਨੂੰ ਮਿਲ ਲੈ ਤਾਂ ਤੈਨੂੰ ਨੌਕਰੀ ਮਿਲੇਗੀ, ਤੂੰ ਪੈਸਿਆਂ ਦੀ ਗੱਲ ਕਰ ਲੈ। ਜੇ ਮੈਂ ਕਿਸੇ ਨੂੰ ਕਿਹਾ ਹੋਵੇ ਤਾਂ ਮੈਂ ਗੁਰੂ ਘਰ ਦਾ ਪਹਿਲਾਂ ਦੇਣਦਾਰ ਹੈ, ਲੋਕਾਂ ਦਾ ਦੇਣਦਾਰ ਹੈ, ਮੈਨੂੰ ਜਿਹੜੀ ਮਰਜ਼ੀ ਜੇਲ੍ਹ 'ਚ ਦੇਣਾ ਅੰਦਰ ਦਿਓ। ਲੇਕਿਨ ਇਹ ਜਿਹੜੇ ਝੂਠੇ ਟਵਿੱਟੀ ਖੇਲਣਾ ਬੰਦ ਕਰੋ। ਜੋ ਤੁਹਾਡੇ ਪਾਸ ਹੈ 31 ਤਰੀਕ ਡੀਕਣ ਦੀ ਲੋੜ ਨਹੀਂ ਹੈ, ਲਿਆਓ ਔਰ ਥੱਲੇ ਇਨਵੈਸਟੀਗੇਸ਼ਨ ਏਜੰਸੀ ਨੂੰ ਦਿਓ ਜਿਹਨੂੰ ਦੇਣਾ ਤੁਸੀਂ। ਜਿਹੜਾ ਕਿਸੇ ਨੇ ਪੈਸਾ ਦਿੱਤਾ ਲਿਆ ਹੈ ਉਹਦੇ ਮੁਤਾਬਕ ਪਰਚਾ ਦਰਜ ਕਰੋ। ਅੱਜ ਦੀ ਸੈਰ ਤੇ ਪੂਰੇ ਹਿੰਦੁਸਤਾਨ ਦਾ ਭਰਮਣ ਕਰ ਰਹੇ ਹੈ। ਇੱਥੇ ਤੇ ਜਹਾਜ਼ ਦਿੱਲੀ ਜਾਂਦਾ ਹੈ, ਦਿੱਲੀ ਤੋਂ ਉੱਥੇ ਦੇ ਮੁੱਖ ਮੰਤਰੀ ਜੀ ਨੂੰ ਨਾਲ ਬਿਠਾ ਕੇ ਕਰਨਾਟਕਾ, ਵੈਸਟ ਬੰਗਾਲ, ਗੁਜਰਾਤ, ਹੋਰ ਸਾਰੇ ਪਾਸੇ ਘੁੰਮਿਆ ਜਾ ਰਿਹਾ ਹੈ। ਪੰਜਾਬ ਦੇ ਖਰਚੇ ਤੇ ਪੰਜਾਬ ਦੇ ਪੈਸੇ ਨੂੰ ਜਹਾਜ਼ਾਂ ਦੇ ਧੂਏ ਵਿੱਚ ਨੂੰ ਉਡਾਇਆ ਜਾ ਰਿਹਾ ਹੈ। ਇਸ ਲਈ ਜਿੱਥੇ ਹੋਰ ਉਹ ਕਾਫੀ ਗੱਲਾਂ ਪੁੱਛਦੇ ਹੈ ਜਾਂ ਕਹਿੰਦੇ ਜੀ ਪੰਜਾਬੀਆਂ ਦੇ ਸਾਹਮਣੇ ਮੈਂ ਰੱਖਾਂਗਾ, ਮੇਰੇ ਬਾਰੇ ਵੀ ਕੁਝ ਕਹਿ ਰਹੇ 31 ਮਈ ਨੂੰ ਰੱਖਣਾ,
ਨਾਲ ਇਹ ਵੀ ਰੱਖ ਦੇਣ ਪੰਜਾਬੀਆਂ ਦੇ ਸਾਹਮਣੇ ਕਿ ਕਿਹੜੀਆਂ ਉਪਲਬਧੀਆਂ ਪੰਜਾਬ ਵਾਸਤੇ ਬੰਬੇ, ਗੁਜਰਾਤ, ਵੈਸਟ ਬੰਗਾਲ, ਕਰਨਾਟਕਾ ਤੇ ਹੋਰ ਪੂਰੇ ਤਾਮਿਲਨਾਡੂ ਸਭ ਜਗ੍ਹਾ ਪੂਰੇ ਦੇਸ਼ ਵਿੱਚ ਘੁੰਮ ਕੇ ਕੀਤੀਆਂ ਜਾ ਰਹੀਆਂ ਪੰਜਾਬ ਦੇ ਖਰਚੇ ਤੇ ਕਿਉਂ ਪੰਜਾਬ ਦਾ ਪੈਸਾ ਇਸ ਤਰ੍ਹਾਂ ਉਡਾਇਆ ਜਾ ਰਿਹਾ ਹੈ। ਦਿੱਲੀ ਦੀ ਸਰਕਾਰ ਨੂੰ ਬਚਾਉਣ ਵਾਸਤੇ, ਦਿੱਲੀ ਦੀ ਸਰਕਾਰ ਦੀਆਂ ਬਦਲੀਆਂ ਦੀਆਂ ਪਾਵਰਾਂ ਨੂੰ ਬਚਾਉਣ ਵਾਸਤੇ ਇਹਨਾਂ ਦੀ ਲੋੜ ਨਹੀਂ ਹੁੰਦੀ। ਨਾਲ ਅਸਲ ਦੇ ਵਿੱਚ ਇਹਨਾਂ ਨੂੰ ਜਹਾਜ਼ ਦੇ ਵਿੱਚ ਤਾਂ ਬਿਠਾਇਆ ਜਾਂਦਾ ਹੈ ਕਿਉਂਕਿ ਪੰਜਾਬ ਦਾ ਜੇ ਮੁੱਖ ਮੰਤਰੀ ਵਿੱਚ ਨਹੀਂ ਬੈਠਾ ਹੋਏਗਾ ਤਾਂ ਉਹਦਾ ਖਰਚਾ ਜਿਹੜਾ ਉਹ ਉਹਨਾਂ ਨੂੰ ਦੇਣਾ ਪੈ ਜਾਣਾ ਹੈ। ਸੋ ਪੰਜਾਬ ਦੇ ਦੋਵੇਂ ਵੱਡੇ ਲੀਡਰਾਂ ਦੇ ਵਿਚਾਲੇ ਇਸ ਮਸਲੇ ਨੂੰ ਲੈ ਕੇ ਟਕਰਾਅ ਪੂਰਾ ਹੀ ਵੱਧ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਸਬੂਤਾਂ ਸਮੇਤ ਜਿਹੜਾ ਹੈਗਾ ਇਸ ਗੱਲ ਦਾ ਦਾਅਵਾ ਕਰ ਰਹੇ ਨੇ ਕਿ ਉਹਨਾਂ ਨੇ ਖਿਡਾਰੀ ਕੋਲੋਂ ਰਿਸ਼ਵਤ ਮੰਗੀ ਸੀ, ਜਦਕਿ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਗੁਰੂ ਘਰ ਜਾ ਕੇ ਵੀ ਕਹਿ ਚੁੱਕੇ ਨੇ ਕਿ ਜੇ ਮੈਂ ਰਿਸ਼ਵਤ ਮੰਗੀ ਹੋਵੇ ਜਾਂ ਫਿਰ ਲਈ ਹੋਵੇ ਤਾਂ ਮੇਰਾ ਕੱਖ ਨਾ ਰਹੇ। ਦਰਅਸਲ ਪਿਛਲੇ ਦਿਨੀ ਸੰਗਰੂਰ ਦੇ ਵਿੱਚ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਜਦੋਂ ਪਿਛਲੇ ਹਫ਼ਤੇ IPL ਦਾ ਮੈਚ ਦੇਖਣ ਲਈ ਧਰਮਸ਼ਾਲਾ ਗਏ ਸੀ ਤਾਂ ਪੰਜਾਬ ਦੇ ਇੱਕ ਕ੍ਰਿਕਟ ਖਿਡਾਰੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਜਦੋਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਨੌਕਰੀ ਸੰਬੰਧੀ ਮਿਲਣ ਗਏ ਤਾਂ ਉਹਨਾਂ ਨੇ ਆਪਣੇ ਭਾਣਜੇ ਰਾਹੀਂ ਨੌਕਰੀ ਬਦਲੇ 2 ਕਰੋੜ ਦੀ ਰਿਸ਼ਵਤ ਮੰਗੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜਾਂਚ ਕਰਵਾਉਣ ਦੀ ਚੇਤਾਵਨੀ ਦਿੰਦੇ ਹੋਏ ਸਾਬਕਾ CM ਚੰਨੀ ਤੇ ਕੁਝ ਇਸ ਤਰੀਕੇ ਦਾ ਤੰਜ ਕੱਸਿਆ ਸੀ। ਕਹਿੰਦਾ ਮੈਂ ਤੇ ਮੇਰਾ ਬਾਪੂ ਚੰਨੀ ਕੋਲ ਗਏ, ਚੰਨੀ ਕਹਿੰਦਾ ਮੇਰੇ ਭਾਣਜੇ ਨੂੰ ਮਿਲ ਲਓ। ਹੁਣ ਭਾਣਜੇ ਨੂੰ ਤੇ ਉਹ ਕਹਿੰਦਾ ਮੈਂ ਭਾਣਜੇ ਕੋਲ ਚਲੇ ਗਏ, ਉਹ ਕਹਿੰਦਾ ਹਾਂ, ਕਾਗਜ਼ ਦੇਖ ਕੇ ਕਹਿੰਦਾ ਹਾਂ ਬਣ ਜੂ, ਦੋ ਕਰ ਦਿਓ। ਕਹਿੰਦਾ ਠੀਕ ਹੈ ਜੀ। ਕਹਿੰਦਾ ਸਾਡੀ ਜੱਟ ਬੁੱਧੀ ਜੀ, ਅਸੀਂ ਕਹਿੰਦਾ ਤੀਜੇ ਦਿਨ 2 ਲੱਖ ਲੈ ਕੇ ਚਲੇ ਗਏ ਉਹਦੇ ਕੋਲ। ਉਹਨੇ ਕਹਿੰਦਾ ਨਾਲ ਤਾਂ ਕੱਢੀਆਂ ਗਾਲਾਂ, ਕਹਿੰਦਾ ਨਾਲੇ ਕਹਿੰਦਾ ਤੁਹਾਨੂੰ ਪਤਾ ਨਹੀਂ 2 ਦਾ ਮਤਲਬ 2 ਕਰੋੜ ਹੁੰਦਾ। ਐਡੇ ਐਡੇ ਗਰੀਬ ਪਏ ਨੇ ਇੱਥੇ। ਉਹ ਕਹਿੰਦੇ ਅਸੀਂ ਗਰੀਬ ਹਾਂ। ਉਹ ਕਹਿੰਦਾ ਜੀ ਬਸ ਕਾਗਜ਼ ਉੱਥੇ ਹੀ ਪਏ ਨੇ ਜੀ। ਕਹਿੰਦਾ ਬਸ 2 ਦਾ ਮਤਲਬ ਨਹੀਂ ਸਮਝ ਸਕੇ। ਇਹਨਾਂ ਲਈ 2 ਕਰੋੜ ਹੈ, ਇਹਨਾਂ ਲਈ ਲੱਖ ਨਹੀਂ ਹੈਗਾ। ਆਪਾਂ ਕਦੇ ਇੰਨੀਆਂ ਠੀਕਰੀਆਂ ਵੀ ਨਹੀਂ ਗਿਣੀਆਂ। ਇਹ ਹਾਲਤ ਹੈ ਇਹਨਾਂ ਦੀ। ਫਿਰ ਕਹਿੰਦੇ ਅਸੀਂ ਗਰੀਬ ਹਾਂ। ਤੇ ਇਸ ਦੇ ਜਵਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਕਤਲਗੜ੍ਹ ਸਾਹਿਬ ਪਹੁੰਚੇ, ਆਪਣੇ ਪੁੱਤਰ ਸਮੇਤ ਜਾ ਕੇ ਉੱਥੇ ਅਰਦਾਸ ਕੀਤੀ ਤੇ ਕਿਹਾ ਕਿ ਜੇ ਉਹਨਾਂ ਨੇ ਆਪਣੇ ਭਾਣਜੇ ਜਾਂ ਫਿਰ ਭਤੀਜੇ ਦੇ ਜ਼ਰੀਏ ਕਦੇ ਵੀ ਰਿਸ਼ਵਤ ਮੰਗੀ ਹੋਵੇ ਤਾਂ ਉਹਨਾਂ ਦਾ ਕੱਖ ਨਾ ਰਹੇ। ਮੈਂ ਇਹੀ ਅਰਦਾਸ ਗੁਰੂ ਸਾਹਿਬ ਕੋਲ ਕੀਤੀ ਹੈ ਕਿ ਮੈਂ ਕਦੇ ਵੀ ਆਪਣੇ ਭਾਣਜੇ ਰਾਹੀਂ ਜਾਂ ਆਪਣੇ ਭਤੀਜੇ ਰਾਹੀਂ ਕਦੇ ਵੀ ਨੌਕਰੀ ਦੇਣ ਦੇ ਪੈਸੇ ਲਏ ਹੋਣ ਜਾਂ ਬਦਲੀ ਕਰਾਉਣ ਦੇ ਪੈਸੇ ਲਏ ਹੋਣ ਤਾਂ ਮੈਂ ਗੁਰੂ ਸਾਹਿਬ ਅੱਗੇ, ਜਿੱਥੇ ਤੇ ਮੈਨੂੰ ਸਾਰਾ ਕੁਝ ਮਿਲਿਆ, ਚਮਕੌਰ ਸਾਹਿਬ ਦੇ ਸ਼ਹੀਦਾਂ ਸਿੰਘਾਂ ਦੀ ਧਰਤੀ ਕਤਲਗੜ੍ਹ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਕਿ ਮੈਂ ਤੁਹਾਡਾ ਦੇਣਦਾਰ ਹੈ, ਮੇਰਾ ਕੁਛ ਨਾ ਰਹੇ। ਤੇ CM ਭਗਵੰਤ ਮਾਨ ਆਪਣੇ ਦਾਅਵੇ ਨੂੰ ਲੈ ਕੇ ਇੰਨੇ ਕੁ ਪੁਖਤਾ ਨੇ, ਇੰਨੇ ਕੁ ਕੌਨਫੀਡੈਂਸ ਦੇ ਵਿੱਚ ਨੇ ਕਿ ਉਹ ਫੇਰ ਨਹੀਂ ਰੁਕੇ। ਉਹਨਾਂ ਨੇ ਚੰਨੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ ਚੰਨੀ ਜੀ ਤੁਸੀਂ ਆਪਣੇ ਭਤੀਜੇ ਜਾਂ ਭਾਣਜੇ ਕੋਲੋਂ ਚੰਗੀ ਤਰ੍ਹਾਂ ਪੁੱਛ ਲਓ, ਸ਼ਾਇਦ ਉਹ ਤੁਹਾਡੇ ਤੋਂ ਬਿਨਾਂ ਪੁੱਛੇ ਇਹ ਕੰਮ ਕਰਦੇ ਨਾ ਰਹੇ ਹੋਣ, ਕਿਉਂਕਿ ਮੇਰੇ ਹੱਥ ਵਿੱਚ ਤਾਂ ਸਾਰੇ ਸਬੂਤ ਨੇ। ਤੇ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਸਿੱਧਾ ਅਲਟੀਮੇਟਮ ਦੇ ਦਿੱਤਾ ਹੈ। ਇੱਥੇ ਦਿਲਚਸਪ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਇਸ ਵਕਤ ਆਪਣੇ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਵੱਖ-ਵੱਖ ਸੂਬਿਆਂ ਦਾ ਦੌਰਾ ਕਰ ਰਹੇ ਨੇ। ਆਰਡੀਨੈਂਸ ਮਾਮਲੇ ਤੇ ਉਹ ਵਿਰੋਧੀ ਪਾਰਟੀਆਂ ਦਾ ਸਮਰਥਨ ਲੈਣ ਦੇ ਲਈ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਰਹੇ ਨੇ ਤੇ ਇਸੇ ਦਰਮਿਆਨ ਹੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਆਪਣੀਆਂ ਜਿਹੜੀਆਂ ਕਾਰਵਾਈਆਂ ਕਰਕੇ ਪੰਜਾਬ ਦੇ ਵਿੱਚ ਨਾ ਰਹਿ ਕੇ ਵੀ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਭੁਚਾਲ ਲਿਆ ਰਹੇ ਨੇ। ਚੰਨੀ ਨੇ ਜਿਹੜੇ ਉਹਨਾਂ ਨੂੰ ਹੁਣ ਕਟਹਿਰੇ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਖੜਾ ਕਰ ਦਿੱਤਾ ਗਿਆ ਹੈ। ਨਿਬੇੜਾ ਸੱਚ ਝੂਠ ਦਾ ਹੁਣ 31 ਮਈ ਨੂੰ ਲੱਗਦਾ ਹੈ ਹੋ ਜਾਊਗਾ, ਹੋ ਸਕਦਾ ਉਸ ਤੋਂ ਪਹਿਲਾਂ ਵੀ ਕੁਝ ਹੋ ਜੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਦੇ ਨਾਲ ਜੁੜੀ ਵੱਡੀ ਖਬਰ ਹੈ। ਵੱਖ-ਵੱਖ ਮੀਡੀਆ ਅਦਾਰਿਆਂ ਦੇ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਦਾ ਘੇਰਾ ਵਧਾ ਦਿੱਤਾ ਗਿਆ ਹੈ। ਹੁਣ ਕੇਂਦਰ ਸਰਕਾਰ ਨੇ ਵੀ ਪੰਜਾਬ ਦੇ CM ਨੂੰ ਸੁਰੱਖਿਆ ਦੇ ਦਿੱਤੀ ਹੈ, ਉਹ ਵੀ Z+ ਸੁਰੱਖਿਆ, ਜਿਹੜੀ ਕਿ ਭਾਰਤ ਦੀਆਂ ਜਿਹੜੀਆਂ ਵੱਡੇ ਸੁਰੱਖਿਆ ਘੇਰਿਆਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੋਲ ਪਹਿਲਾਂ ਹੀ ਪੰਜਾਬ ਪੁਲਿਸ ਦੀ ਸੁਰੱਖਿਆ ਹੈ, ਜਿਵੇਂ ਕਿ ਹਰ CM ਦੇ ਕੋਲ ਹੁੰਦੀ ਹੈ, ਇੱਕ ਵੱਡਾ ਘੇਰਾ ਹੁੰਦਾ ਹੈ। ਪਰ ਹੁਣ CRPF ਦੀ ਟੀਮ ਵੀ Z+ ਸੁਰੱਖਿਆ ਕਵਰ CM ਨੂੰ ਦੇਵੇਗੀ। ਜਾਣਕਾਰੀ ਮੁਤਾਬਿਕ ਕੇਂਦਰ ਸਰਕਾਰ ਨੇ ਤਾਜ਼ਾ ਖੁਫੀਆ ਇਨਪੁਟ ਤੋਂ ਬਾਅਦ CM ਭਗਵੰਤ ਮਾਨ ਨੂੰ Z+ CRPF ਸੁਰੱਖਿਆ ਕਵਰ ਪ੍ਰਦਾਨ ਕੀਤਾ ਹੈ। ਇਹ ਸੁਰੱਖਿਆ ਕਵਰ ਪੂਰੇ ਭਾਰਤ ਦੇ ਵਿੱਚ CM ਭਗਵੰਤ ਮਾਨ ਦੇ ਨਾਲ ਰਹੇਗੀ।
ਦੇਸ਼ ਦੇ ਵਿੱਚ ਬਹੁਤ ਹੀ ਘੱਟ ਸਿਆਸਤਦਾਨਾਂ ਨੂੰ Z+ ਸੁਰੱਖਿਆ ਕਵਰ ਦਿੱਤਾ ਗਿਆ ਹੈ, ਪਰ ਪਿਛਲੇ ਦਿਨੀ ਕਹਿੰਦੇ ਪੰਜਾਬ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆ ਮੁੱਖ ਮੰਤਰੀ ਮਾਨ ਨੂੰ ਖੁਫੀਆ ਏਜੰਸੀਆਂ ਨੇ Z+ ਸੁਰੱਖਿਆ ਦੇਣ ਦੀ ਸਿਫਾਰਿਸ਼ ਕੀਤੀ ਸੀ ਤੇ ਹੁਣ ਸੀਐਮ ਭਗਵੰਤ ਮਾਨ ਨੂੰ Z+ ਸੁਰੱਖਿਆ ਮਿਲਣ ਤੋਂ ਬਾਅਦ CRPF ਦੇ 36 ਜਵਾਨ ਉਹਨਾਂ ਦੇ ਨਾਲ ਤੈਨਾਤ ਰਹਿਣਗੇ, ਜਿਨ੍ਹਾਂ ਨੂੰ 3 ਸ਼ਿਫਟਾਂ ਦੇ ਵਿੱਚ ਵੰਡਿਆ ਜਾਵੇਗਾ। ਮੁੱਖ ਮੰਤਰੀ ਮਾਨ ਦੇ ਘਰ ਤੋਂ ਲੈ ਕੇ ਜਿਸ ਥਾਂ ਤੇ ਉਹ ਜਾ ਰਹੇ ਨੇ, ਪੂਰੇ ਰਸਤੇ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਪਹਿਲ ਦੇ ਆਧਾਰ ਤੇ CRPF ਦੇ ਕੋਲ ਹੋਵੇਗੀ। ਐਨਾ ਹੀ ਨਹੀਂ, ਜੇ ਮਾਨ ਕਿਸੇ ਹੋਰ ਸੂਬੇ ਦੇ ਵਿੱਚ ਜਾਣਗੇ ਤਾਂ ਉਹਨਾਂ ਦੇ ਜਾਣ ਤੋਂ ਪਹਿਲਾਂ CRPF ਦੀ ਟੀਮ ਉਸ ਸੂਬੇ ਦੇ ਵਿੱਚ ਜਾ ਕੇ ਸੁਰੱਖਿਆ ਦਾ ਜਾਇਜ਼ਾ ਲਵੇਗੀ ਅਤੇ ਸੁਰੱਖਿਆ ਦੇ ਪ੍ਰਬੰਧ ਨੇ ਜਿਹੜੇ ਪੁਖਤਾ ਕੀਤੇ ਜਾਣਗੇ। ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ, ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਜਾਂ ਕਿਸੇ ਵੀ ਮੰਤਰੀ ਦੇ ਵੱਲੋਂ ਅਧਿਕਾਰਿਤ ਤੌਰ ਤੇ ਇਹ ਸੁਰੱਖਿਆ ਘੇਰਾ ਵਧਾਏ ਜਾਣ ਦੀ ਜਾਣਕਾਰੀ ਹੈ ਜਿਹੜੀ ਉਹ ਨਹੀਂ ਦਿੱਤੀ ਗਈ। ਪਰ ਪੰਜਾਬ ਦੇ ਕੈਬਨਿਟ ਮੰਤਰੀ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਦੋਂ ਕਿਸਾਨਾਂ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਤਾਂ ਪੱਤਰਕਾਰਾਂ ਨੇ ਸੁਰੱਖਿਆ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਹਾਲਾਂਕਿ ਇਹ ਇਨਕਾਰ ਕੀਤਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਹੈ, ਪਰ ਇੰਨਾ ਜ਼ਰੂਰ ਕਿਹਾ ਹੈ ਕਿ ਜੇ ਮੁੱਖ ਮੰਤਰੀ ਮਾਨ ਦੀ ਸੁਰੱਖਿਆ ਵਧਾਈ ਗਈ ਹੈ ਤਾਂ ਕੇਂਦਰ ਸਰਕਾਰ ਦੇ ਵੱਲੋਂ ਕੁਝ ਸੋਚ ਕੇ ਹੀ ਵਧਾਈ ਗਈ ਹੋਵੇਗੀ। ਨਹੀਂ, ਇਹਦੀ ਮੈਂ ਦੇਖੋ ਚੀਫ ਮਿਨਿਸਟਰ ਸਾਹਿਬ ਦੀ ਸਿਕਿਉਰਿਟੀ ਦਾ ਮਸਲਾ, ਇਹ ਮਤਲਬ ਜਿਹੜਾ ਸੈਂਟਰ ਗਵਰਨਮੈਂਟ ਨੇ ਤੇ ਸਟੇਟ ਦੀ ਜਿਹੜੀ ਸਾਡੀ ਮਤਲਬ ਹੋਮ ਡਿਪਾਰਟਮੈਂਟ, ਉਹਨੇ ਦੇਖਣਾ ਹੁੰਦਾ ਕਿ ਕਿਹੜੇ ਬੰਦੇ ਨੂੰ ਕਿੱਥੇ ਕੀ ਖਤਰਾ ਕੀ ਹੈ, ਉਹ ਲੋੜ ਅਨੁਸਾਰ ਜਿਹੜੀ ਸਿਕਿਉਰਿਟੀ ਕਰਦੇ ਆ। ਜੇ ਹੋਈ ਹੈ ਤਾਂ ਲੋੜ ਅਨੁਸਾਰ ਹੋਈ ਹੋਊਗੀ। ਨਹੀਂ, ਮੈਨੂੰ ਇਹਦਾ ਬਾਰੇ ਪਤਾ ਨਹੀਂ, ਕਿਉਂਕਿ ਇਹ ਚੀਜ਼ਾਂ ਓਪਨ ਨਹੀਂ ਹੁੰਦੀਆਂ ਨਾ, ਇਹ ਚੀਜ਼ਾਂ ਕੋਈ ਦੱਸਦਾ ਜਾਂ ਕੋਈ ਸਿਕਿਉਰਿਟੀ ਵਾਲਾ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੀਐਮ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਤਿੱਖਾ ਤੰਜ ਕੱਸਿਆ ਹੈ, ਉਦੋਂ ਜਦੋਂ ਦੋਵਾਂ ਦੇ ਵਿਚਾਲੇ 2 ਕਰੋੜ ਦੀ ਰਿਸ਼ਵਤ ਦੇ ਮਾਮਲੇ ਤੇ ਪੇਚਾ ਫਸਿਆ ਪਿਆ ਹੈ। ਚੰਨੀ ਨੇ ਕਿਹਾ ਕਿ ਭਗਵੰਤ ਮਾਨ ਨੂੰ ਵਧਾਈ ਦੇਣਾ ਕਿ ਉਹ ਤਾਂ ਵੱਡੇ VIP ਬਣ ਗਏ ਨੇ, Z+ ਸੁਰੱਖਿਆ ਮਿਲ ਗਈ ਹੈ। ਸ਼ਾਇਦ ਇਹਨਾਂ ਨੂੰ ਕਹਿੰਦੇ ਪੰਜਾਬ ਪੁਲਿਸ ਦੇ ਜਵਾਨਾਂ ਤੇ ਭਰੋਸਾ ਨਹੀਂ ਰਿਹਾ, ਇਸ ਕਰਕੇ ਹੁਣ ਕੇਂਦਰ ਦੇ ਜਵਾਨ ਤੈਨਾਤ ਕੀਤੇ ਗਏ ਨੇ। ਕਹਿੰਦੇ ਭਗਵੰਤ ਮਾਨ ਨੇ ਮੈਨੂੰ ਤਾਂ ਵਧਾਈ ਨਹੀਂ ਦਿੱਤੀ ਕਿਉਂਕਿ ਮੈਂ PhD ਦੀ ਡਿਗਰੀ ਹਾਸਲ ਕੀਤੀ ਹੈ, ਮੈਨੂੰ ਡਾਕਟਰੇਟ ਦੀ ਡਿਗਰੀ ਮਿਲਣ ਤੇ CM ਦੇ ਵੱਲੋਂ ਤਾਂ ਭਾਵੇਂ ਵਧਾਈ ਨਹੀਂ ਮਿਲੀ, ਪਰ ਮੈਂ ਉਹਨਾਂ ਨੂੰ ਜ਼ਰੂਰ ਵਧਾਈ ਦਿੰਦਾ ਕਿ ਉਹਨਾਂ ਦੀ ਸੁਰੱਖਿਆ ਵੱਧ ਗਈ ਹੈ। ਕਹਿੰਦੇ ਸਾਡੇ ਆਮ ਘਰਾਂ ਦੇ ਬੰਦਿਆਂ ਦੇ ਲਈ ਤਾਂ ਇਹ ਸਭ ਤੋਂ ਵੱਡੀ ਖਬਰ ਹੁੰਦੀ ਹੈ ਕਿ ਮੈਨੂੰ PhD ਦੀ ਡਿਗਰੀ ਮਿਲੀ। ਮੇਰੇ ਮਾਤਾ ਪਿਤਾ ਵੀ ਕਹਿੰਦੇ ਉੱਤੇ ਬੈਠੇ ਖੁਸ਼ ਹੋ ਰਹੇ ਹੋਣਗੇ ਕਿ ਸਾਡੇ ਬੱਚੇ ਨੇ ਡਾਕਟਰੇਟ ਕੀਤੀ ਹੈ। ਇਹ ਕਹਿੰਦਿਆਂ ਸਾਬਕਾ CM ਨੇ ਮੌਜੂਦਾ CM ਤੇ ਤੰਜ ਕੱਸਿਆ। ਅੱਜ ਆਪਣੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਉਹਨਾਂ ਨੂੰ Z+ ਸਿਕਿਉਰਿਟੀ ਮਿਲੀ ਹੈ। ਸੋ ਇਸ ਗੱਲ ਦੀ ਉਹਨਾਂ ਨੂੰ ਮੈਂ ਬਹੁਤ ਵਧਾਈ ਦੇਣਾ ਕਿ ਆਏਗੀ ਵੀ CRP, 2-3 ਬਟਾਲੀਅਨਾਂ ਆਏਗੀਆਂ, 2-3 ਹਜ਼ਾਰ ਬੰਦਾ ਆਊਗਾ, ਉਹਨਾਂ ਦੀ ਹਿਫਾਜ਼ਤ ਵਾਸਤੇ ਅੱਗੇ ਪਿੱਛੇ ਲਸ਼ਕਰ ਹੋਏਗਾ ਤਕੜਾ, ਤੇ ਪੰਜਾਬ ਪੁਲਿਸ ਦੇ ਬੰਦਿਆਂ ਨੂੰ ਹਟਾ ਦਿੱਤਾ ਜਾਏਗਾ ਫਿਰ, ਕਿਉਂਕਿ ਸ਼ਾਇਦ ਪੰਜਾਬ ਪੁਲਿਸ ਤੇ ਵਿਸ਼ਵਾਸ ਨਹੀਂ ਹੋਣਾ। ਇਸ ਕਰਕੇ ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਕਿ ਬਹੁਤ ਬੜੇ VIP ਅੱਜ ਉਹ ਘੋਸ਼ਿਤ ਹੋ ਗਏ ਹੈ, Z+ ਉਹਨਾਂ ਨੂੰ ਮਿਲ ਗਈ ਹੈ। ਤੇ ਖੈਰ ਮੈਨੂੰ PhD ਦੀ ਡਿਗਰੀ ਮਿਲੀ ਹੈ, ਮੈਨੂੰ ਤਾਂ ਉਹਨਾਂ ਨੇ ਵਧਾਈ ਨਹੀਂ ਦਿੱਤੀ। ਸਾਡੇ ਘਰਾਂ ਵਾਸਤੇ ਤਾਂ ਯਾਰ PhD ਬਹੁਤ ਹੁੰਦੀ ਹੈ, ਔਰ ਬਹੁਤ ਬੜੀ ਗੱਲ ਸਾਡੇ ਪਰਿਵਾਰ ਵਾਸਤੇ ਹੈ ਕਿ ਉਹ ਮੇਰੇ ਮਾਂ-ਬਾਪ ਵੀ ਖੁਸ਼ ਹੋ ਰਹੇ ਹੋਣੇ ਯਾਰ ਉੱਪਰ ਕਿ ਤੈਂ PhD ਕਰ ਲਈ ਹੈ। ਮੈਨੂੰ ਮੁੱਖ ਮੰਤਰੀ ਨੇ ਵਧਾਈ ਨਹੀਂ ਦਿੱਤੀ, ਕੋਈ ਗੱਲ ਨਹੀਂ, ਪਰ ਮੈਂ ਉਹਨਾਂ ਨੂੰ Z+ ਮਿਲਣ ਦੀ ਵਧਾਈ ਦਿੰਦਾ। ਸੁਰੱਖਿਆ ਦੇ ਘੇਰੇ ਨੂੰ ਲੈ ਕੇ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਦਿੰਨੇ ਹਾਂ। ਭਾਰਤ ਦੇ ਵਿੱਚ ਨੰਬਰ 1 ਤੇ ਨੰਬਰ 1 ਤੇ ਸੁਰੱਖਿਆ ਘੇਰਾ SPG ਦਾ ਹੁੰਦਾ, ਜਿਹੜਾ ਕਿ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਮਿਲਦਾ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੀ SPG ਹੋਂਦ ਦੇ ਵਿੱਚ ਆਈ ਸੀ। Z ਸੁਰੱਖਿਆ ਘੇਰੇ ਦੇ ਵਿੱਚ 22 ਜਵਾਨ ਹੁੰਦੇ ਨੇ, ਜਿਹਦੇ ਵਿੱਚ 4 ਤੋਂ 5 NSG ਕਮਾਂਡੋ ਹੁੰਦੇ ਨੇ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਜਵਾਨ ਵੀ ਸ਼ਾਮਲ ਹੁੰਦੇ ਨੇ ਤੇ ਇਹ Z+ ਤੋਂ ਬਾਅਦ ਤੀਜਾ ਸਭ ਤੋਂ ਮਜ਼ਬੂਤ ਸੁਰੱਖਿਆ ਘੇਰਾ ਹੁੰਦਾ। ਫਿਰ Y ਲੈਵਲ ਦੀ ਸੁਰੱਖਿਆ ਆਉਂਦੀ ਹੈ। ਇਸ ਘੇਰੇ ਦੇ ਵਿੱਚ 11 ਸੁਰੱਖਿਆ ਮੁਲਾਜ਼ਮ ਦਿੱਤੇ ਜਾਂਦੇ ਨੇ, ਜਿਹਦੇ ਵਿੱਚ 1 ਤੋਂ ਲੈ ਕੇ 2 NSG ਦੇ ਜਵਾਨ ਸ਼ਾਮਿਲ ਹੁੰਦੇ ਨੇ। ਇਸ ਤੋਂ ਇਲਾਵਾ ਫਿਰ 5ਵਾਂ ਸੁਰੱਖਿਆ ਘੇਰਾ X ਹੁੰਦਾ, ਜਿਸ ਦੇ ਵਿੱਚ ਸਿਰਫ 2 ਸੁਰੱਖਿਆ ਮੁਲਾਜ਼ਮ ਦਿੱਤੇ ਜਾਂਦੇ ਨੇ। ਤੇ ਸਭ ਤੋਂ ਵੱਡਾ ਜਿਹੜਾ ਸੁਰੱਖਿਆ ਘੇਰਾ ਉਹ SPG ਦਾ ਹੁੰਦਾ ਹੈ। ਪ੍ਰਧਾਨ ਮੰਤਰੀ ਦੇ ਨਾਲ ਇੱਕ ਵੱਡੀ ਫੋਰਸ ਹੈ ਜਿਹੜੀ ਉਹ ਲਾਈ ਜਾਂਦੀ ਹੈ। ਇਸ ਸੁਰੱਖਿਆ ਦੇ ਵਿੱਚ ਐਂਬੂਲੈਂਸ ਵੀ ਨਾਲ ਚੱਲਦੀ ਹੈ, ਡਾਕਟਰਾਂ ਦੀਆਂ ਟੀਮਾਂ ਵੀ ਨਾਲ ਚੱਲਦੀਆਂ ਹੁੰਦੀਆਂ। ਹਾਲਾਂਕਿ CM ਦੀ ਸੁਰੱਖਿਆ ਦੇ ਵਿੱਚ ਵੀ ਇਹ ਸਾਰਾ ਕੁਝ ਹੁੰਦਾ ਹੈ, ਪਰ SPG
ਜੀ ਇੱਕ ਵੱਡੇ ਲੈਵਲ ਦੀ ਸੁਰੱਖਿਆ ਹੁੰਦੀ ਹੈ। ਇਹਨਾਂ ਦੀਆਂ ਜਿਹੜੀਆਂ ਗੱਡੀਆਂ ਹੁੰਦੀਆਂ ਨੇ ਸੁਰੱਖਿਆ ਕਰਮੀਆਂ ਦੀਆਂ ਬਖਤਰਬੰਦ ਗੱਡੀਆਂ ਹੁੰਦੀਆਂ ਨੇ। ਪ੍ਰਧਾਨ ਮੰਤਰੀ ਦੀ ਜਿਹੜੀ ਕਾਰ ਹੁੰਦੀ ਹੈ ਉਸ ਬਾਰੇ ਤੁਸੀਂ ਜ਼ਰੂਰ ਖੋਜ ਕੇ ਦੇਖਿਓ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿਹੜੀ ਕਾਰ ਦੇ ਵਿੱਚ ਬਿਠਾਇਆ ਜਾਂਦਾ ਹੈ। ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਦਾ ਘੇਰਾ ਵਧਾ ਦਿੱਤਾ ਗਿਆ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕਿ ਕਦੋਂ ਉਹਨਾਂ ਦੇ ਨਾਲ CRPF ਦੇ ਕਮਾਂਡੋ ਤੁਰਦੇ ਨਜ਼ਰ ਆਉਣਗੇ। ਵੀਰਵਾਰ ਨੂੰ ਕਿਸਾਨੀ ਮੁੱਦਿਆਂ ਤੇ ਦੋ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀਆਂ ਸਰਕਾਰ ਦੇ ਨਾਲ ਦੋ ਵੱਖ-ਵੱਖ ਬੈਠਕਾਂ ਹੋਈਆਂ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਕਈ ਕਿਸਾਨੀ ਅਤੇ ਪੰਜਾਬ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ। ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਸ ਮੀਟਿੰਗ ਦੇ ਵਿੱਚ ਹਾਜ਼ਰ ਸਨ। ਇਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਇਸ ਬੈਠਕ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਦਾ ਦਾਅਵਾ ਕੀਤਾ, ਜਦਕਿ ਕਿਸਾਨ ਬਹੁਤੇ ਖੁਸ਼ ਨਹੀਂ ਬਲਕਿ ਨਾਖੁਸ਼ ਦਿਸੇ। ਮੰਤਰੀ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਅਮਲੀ ਰੂਪ ਦਿੱਤਾ ਜਾਏਗਾ। ਸ਼ੂਗਰ ਮਿਲਾਂ ਦਾ ਬਕਾਇਆ ਮੁੱਖ ਮੰਤਰੀ ਮਾਨ ਗੱਲ ਕਰਕੇ ਛੇਤੀ ਜਾਰੀ ਕਰਨਗੇ। ਲਗਭਗ 200 ਕਰੋੜ ਕਿਸਾਨਾਂ ਦਾ ਗੰਨੇ ਦਾ ਬਕਾਇਆ ਖੜਾ ਹੈ ਤੇ ਇਹ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਸੂਬੇ ਦੇ ਵਿੱਚ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਦੇ ਲਈ ਜਿਹੜੇ ਚੰਗੇ ਸੁਝਾਅ ਦਿੱਤੇ ਗਏ ਨੇ ਉਹਨਾਂ ਨੂੰ ਪੰਜਾਬ ਸਰਕਾਰ 30 ਜੂਨ ਨੂੰ ਜੋ ਨਵੀਂ ਖੇਤੀਬਾੜੀ ਨੀਤੀ ਲੈ ਕੇ ਆ ਰਹੀ ਹੈ ਉਹਦੇ ਵਿੱਚ ਦਰਜ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਕਹਿੰਦੇ ਮੀਟਿੰਗ 'ਚ ਇਹ ਵੀ ਤੈਅ ਕੀਤਾ ਗਿਆ ਕਿ ਸੂਬੇ ਦੇ ਵਿੱਚ ਲੰਬੇ ਸਮੇਂ ਤੋਂ ਸੁੱਕੀਆਂ ਪਈਆਂ ਨਹਿਰਾਂ ਦੇ ਵਿੱਚ ਝੋਨੇ ਦੀ ਖੇਤੀ ਲਈ ਪਾਣੀ ਛੱਡਿਆ ਜਾਏਗਾ। ਇਸ ਵਾਰੀ ਪੂਰੇ ਸੂਬੇ ਵਿੱਚ ਨਹਿਰੀ ਪਾਣੀ ਨਾਲ ਹੀ ਝੋਨੇ ਦੀ ਖੇਤੀ ਹੋਵੇਗੀ। ਦਿੱਲੀ ਦੀਆਂ ਬਰੂਹਾਂ ਤੇ ਚੱਲੇ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਨਵੀਂ ਲਿਸਟ ਮੁਤਾਬਿਕ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਸ਼ੂਗਰ ਮਿਲਾਂ ਦਾ ਬਕਾਇਆ ਰਹਿੰਦਾ ਉਹ ਚੀਫ ਮਿਨਿਸਟਰ ਸਾਹਿਬ ਨਾਲ ਮੀਟਿੰਗ ਕਰਕੇ ਉਹ ਜਲਦੀ ਤੋਂ ਜਲਦੀ ਅਸੀਂ ਰਿਲੀਜ਼ ਕਰਾਵਾਂਗੇ। ਜਿਹੜਾ ਕੁਝ ਕੋਆਪਰੇਟਿਵ ਮਿਲਾਂ ਦਾ, ਕੁਝ ਮਕੇਰੀਆਂ ਮਿਲਦਾ, ਕੀੜੀ ਮਿਲਦਾ, ਪ੍ਰਾਈਵੇਟ ਮਿਲਰਸ ਜਿਹੜੇ ਉਹਨਾਂ ਨਾਲ ਮੀਟਿੰਗ ਕਰਾਂਗੇ ਕਿ ਉਹ ਕਿਸਾਨਾਂ ਦਾ ਬਕਾਇਆ ਜਿਹੜਾ ਤੁਰੰਤ ਜਿਹੜਾ ਦੇਣ। ਸਾਡੇ ਕਿਸਾਨ ਸ਼ਹੀਦ ਹੋਏ ਸੀਗੇ, ਜਿਹੜਾ ਕਿਸਾਨ ਅੰਦੋਲਨ ਚੱਲਿਆ ਉਹਦੇ ਕੁਝ ਕੇਸ ਜਿਹੜੇ ਨੌਕਰੀਆਂ ਦੇ ਉਹ ਸਾਡੇ ਰਹਿੰਦੇ ਆ, ਉਹ ਵੀ ਡਿਸਕਸ ਹੋਏ ਆ। ਤੇਲੰਗਾਨਾ ਗਵਰਨਮੈਂਟ ਨੇ ਇੱਕ ਕਿਸਾਨਾਂ ਦੀ ਉਦੋਂ ਮਦਦ ਬਾਂਹ ਫੜੀ ਸੀਗੀ, ਉਹਦੇ ਕੁਝ ਕੇਸ ਆ ਉਹ ਵੀ ਅਸੀਂ ਡਿਸਕਸ ਕੀਤੇ ਆ। ਔਰ ਜਿੰਨੇ ਕਿਸਾਨ ਸ਼ਹੀਦ ਹੋਏ ਮਾਨ ਸਾਹਿਬ ਦੀ ਸਰਕਾਰ ਦਾ, ਮਾਨ ਸਾਹਿਬ ਦਾ ਇਹ ਪੱਕਾ ਨਿਸ਼ਚਾ ਫੈਸਲਾ ਕਿ ਹਰ ਇੱਕ ਕਿਸਾਨ ਨੂੰ ਜਿਹੜਾ 5-5 ਲੱਖ ਰੁਪਏ ਉਹਨਾਂ ਦੇ ਪਰਿਵਾਰਾਂ ਦੀ ਮਦਦ ਵੀ ਕੀਤੀ ਹੈ। ਔਰ ਜੌਬ ਜਿਹੜੀ ਹੈ ਜਿੰਨੇ ਕੇਸ ਸਾਡੇ ਕੋਲ ਆਏ ਆ ਲਗਭਗ ਅਸੀਂ ਬਹੁਤ ਸਾਰੇ ਲੋਕਾਂ ਨੂੰ ਜੌਬਾਂ ਦੇਤੀਆਂ। ਕੁਝ ਕੇਸ ਅੱਜ ਨਵੇਂ ਕਿਸਾਨ ਆਗੂਆਂ ਨੇ ਦਿੱਤੇ, ਉਹਨਾਂ ਤੇ ਵੀ ਅਸੀਂ ਜਿਹੜੀ ਤੁਰੰਤ ਕਾਰਵਾਈ ਸ਼ੁਰੂ ਕਰ ਦਾਂਗੇ। ਉਧਰ ਕਿਸਾਨਾਂ ਦੀ ਗੱਲ ਕਰ ਲਈਏ ਤਾਂ ਉਹ ਮੀਟਿੰਗ ਤੋਂ ਬਾਅਦ ਨਾਖੁਸ਼ ਦਿਸੇ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਇਸ ਮੀਟਿੰਗ ਨੂੰ ਵੀ ਪਹਿਲੀਆਂ ਮੀਟਿੰਗਾਂ ਵਰਗਾ ਹੀ ਦੱਸਿਆ। ਕਹਿੰਦੇ ਸਾਡੀ ਜੁਮਲਾ ਮੁਸ਼ਤਰਕਾ ਜ਼ਮੀਨਾਂ ਨੂੰ ਲੈ ਕੇ ਲੜਾਈ ਜਿਉਂਦੀ ਤਿਉਂ ਖੜੀ ਹੈ। ਕਿਸਾਨਾਂ ਨੂੰ ਲੰਬੇ ਸਮੇਂ ਤੋਂ ਜੋ ਸਬਸਿਡੀ ਦਿੱਤੀ ਜਾ ਰਹੀ ਸੀ ਉਸ ਦੀ ਪ੍ਰਕਿਰਿਆ ਸੰਬੰਧੀ ਮੰਗ ਸੀ ਕਿ ਸਿਸਟਮ ਨੂੰ ਤੁਰੰਤ ਬੰਦ ਕੀਤਾ ਜਾਵੇ। ਕਿਸਾਨ ਜਿੱਥੋਂ ਮਰਜ਼ੀ ਆਪਣੀ ਮਸ਼ੀਨਰੀ ਖਰੀਦਣ ਦੇ ਲਈ ਆਜ਼ਾਦ ਹੋਣ। ਦੋਵਾਂ ਮੰਗਾਂ ਤੇ ਕਹਿੰਦੇ ਸਾਡੀ ਸਰਕਾਰ ਨਾਲ ਸਹਿਮਤੀ ਨਹੀਂ ਬਣੀ। ਇਹਨਾਂ ਤੇ ਚਰਚਾ ਕਰਨ ਲਈ ਹੁਣ ਅਗਲੇ ਦਿਨ ਯਾਨੀ ਕਿ 26 ਮਈ ਨੂੰ ਹੀ ਕਿਸਾਨਾਂ ਨੇ ਆਪਣੀ ਬੈਠਕ ਸੱਦ ਲਈ ਹੈ। ਡੱਲੇਵਾਲ ਨੇ ਪਿਛਲੇ ਸਾਲ ਕੀਤੇ ਐਲਾਨ ਦੇ ਮੁਤਾਬਿਕ ਕਿਹਾ ਕਿ ਕਿਸਾਨਾਂ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ। ਲੰਪੀ ਸਕਿਨ ਦੇ ਪੀੜਤ ਕਿਸਾਨਾਂ ਨੂੰ ਪ੍ਰਤੀ ਜਾਨਵਰ 30 ਤੋਂ ਲੈ ਕੇ 35,000 ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਪੂਰੀ ਨਹੀਂ ਹੋਈ। MSP ਬਾਰੇ ਡੱਲੇਵਾਲ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਨੂੰ ਫੇਰ ਦੁਹਰਾਇਆ। ਜਿਹੜੀਆਂ ਗੱਲਾਂ ਸਰਕਾਰ ਮੰਨ ਗਈ ਹੈ ਉਹਨਾਂ ਦੀ ਵੀ ਜਾਣਕਾਰੀ ਦਿੱਤੀ ਕਿ ਗੜੇਮਾਰੀ ਤੋਂ ਦੁਖੀ ਜਿਹੜੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਨੇ ਰਿਲੀਫ ਫੰਡ ਦੇ ਵਿੱਚੋਂ ਮੁਆਵਜ਼ਾ ਦੇਣ ਦੀ ਹਾਮੀ ਭਰੀ ਹੈ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇਗੀ। ਕਿਸਾਨ ਆਪਣੇ ਖੇਤ ਵਿੱਚ ਜਿੱਥੇ ਮਰਜ਼ੀ ਹੁਣ ਮੋਟਰ ਲਾ ਸਕਦਾ ਹੈ। ਇਸ ਬਾਰੇ ਵੀ ਸਰਕਾਰ ਨੇ ਹਾਮੀ ਭਰੀ ਹੈ, ਪਰ ਇਹਦਾ ਨੋਟੀਫਿਕੇਸ਼ਨ ਹਾਲੇ ਜਾਰੀ ਹੋਣਾ ਹੈ। ਕਿ ਜਿਹੜਾ ਅਸੀਂ ਕਨੈਕਸ਼ਨ ਸ਼ਿਫਟ ਕਰਨਾ ਹੁੰਦਾ ਸੀ, ਮੋਟਰ ਖਰਾਬ ਹੋ ਗਈ, ਟਿਊਬਵੈਲ ਖਰਾਬ ਹੋ ਗਿਆ, ਇੱਧਰ ਉੱਧਰ ਕਰਨਾ ਹੈ, ਉਹ ਅੱਜ ਜ਼ਰੂਰ ਹੋ ਗਿਆ ਕਿ ਕਿਸਾਨ ਆਪਣੇ ਖੇਤ ਦੇ ਵਿੱਚ ਜਿੱਥੇ ਮਰਜ਼ੀ ਆਪਦੀ ਮੋਟਰ ਲਿਜਾ ਕੇ ਲਾ ਸਕਦਾ ਹੈ। ਇਹ ਅੱਜ ਮੰਨੇ ਨੇ, ਲੇਕਿਨ ਹਜੇ ਨੋਟੀਫਿਕੇਸ਼ਨ ਹੋਣਾ ਬਾਕੀ ਹੈ। ਪਤਾ ਉਦੋਂ ਲੱਗਣਾ ਜਦੋਂ ਨੋਟੀਫਿਕੇਸ਼ਨ ਹੋਣਾ ਹੈ। ਬਾਕੀ ਗੱਲ ਸੀਗੀ ਜਿਵੇਂ ਸਾਡੇ ਜਿਹੜੇ ਫਾਰਮਰ ਲਿਫਟ ਪੰਪਾਂ ਦੇ ਰਾਹੀਂ ਪਾਣੀ ਲਾਉਂਦੇ ਸੀ, ਜਾਂ ਪਿੱਛੇ ਬਾਦਲ ਸਰਕਾਰ ਵੇਲੇ ਇੱਕ ਵਾਰੀ ਕਿਸਾਨਾਂ ਨੂੰ ਇਹ ਕਹਿਤਾ ਸੀਗਾ ਕਿ ਆਪਦੀ ਮਰਜ਼ੀ ਦੇ ਟਰਾਂਸਫਾਰਮਰ ਜਿੱਥੋਂ ਮਰਜ਼ੀ ਲਿਆ ਕੇ ਲਾ ਲਓ। ਇਹ ਇਸੇ ਗੱਲ ਦੇ ਵਿੱਚ ਉਦੋਂ ਹੋਇਆ ਸੀਗਾ ਕਿ ਆਥੋਰਾਈਜ਼ ਕੰਪਨੀਆਂ ਨੂੰ ਮਤਲਬ ਲੁੱਟ ਨਾ ਕਰਾਈ ਜਾਵੇ। ਉਦੋਂ ਬਾਦਲ ਸਾਹਿਬ ਨੇ ਕਿਹਾ ਸੀ ਜਿੱਥੋਂ ਮਰਜ਼ੀ ਲੈ ਕੇ ਲਾ ਲਓ, ਲੋਕਾਂ ਨੇ ਲਾ ਲਏ। ਬਾਅਦ ਦੇ ਵਿੱਚ ਉਹਨਾਂ ਟਰਾਂਸਫਾਰਮਰਾਂ ਨੂੰ ਇਹਨਾਂ ਨੇ ਆਪਣੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਲਿਆ ਔਰ ਉਹਨਾਂ ਨੂੰ ਜਾਲੀ ਕਨੈਕਸ਼ਨ ਕਹਿੰਦੇ ਰਹੇ। ਉਹਨਾਂ ਦੇ ਉੱਤੇ ਜ਼ਰੂਰ ਅੱਜ ਹੋਈ ਹੈ ਕਿ ਅਸੀਂ ਇਹਨਾਂ ਦੋਵਾਂ ਮੰਗਾਂ ਦੇ ਉੱਤੇ ਤੁਹਾਨੂੰ ਨੋਟੀਫਿਕੇਸ਼ਨ ਕਰਕੇ ਕਾਪੀਆਂ ਦੇ ਦਿਆਂਗੇ।
ਇਸ ਮੌਕੇ ਇੱਕ ਹੋਰ ਮੁੱਦੇ ਤੇ ਬੋਲਦਿਆਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਲੀਡਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਵਿੱਚ ਕਾਫੀ ਕੁਝ ਗੁਰੂ ਸਾਹਿਬਾਨਾਂ ਦੇ ਖਿਲਾਫ ਕਾਫੀ ਕੁਝ ਲਿਖਿਆ ਗਿਆ ਹੈ, ਜਿਸ ਦੇ ਖਿਲਾਫ ਅਸੀਂ ਪ੍ਰਦਰਸ਼ਨ ਵੀ ਕੀਤਾ ਸੀ ਕਈ ਮਹੀਨੇ ਤੱਕ। ਪਰ ਅੱਜ ਵੀ ਕਹਿੰਦੇ ਉਹੀ ਗਲਤੀਆਂ ਵਾਲੀਆਂ ਕਿਤਾਬਾਂ ਸਕੂਲਾਂ ਦੇ ਵਿੱਚ ਪਹੁੰਚ ਰਹੀਆਂ ਨੇ, ਇਸ ਲਈ ਪਬਲਿਸ਼ਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਵੀ ਇਹਨਾਂ ਨੇ ਮੰਗ ਕੀਤੀ ਹੈ। ਜੋ ਕਿ ਪੰਜਾਬ ਐਜੂਕੇਸ਼ਨ ਬੋਰਡ ਵੱਲੋਂ ਹਿਸਟਰੀ ਆਫ ਪੰਜਾਬ +2 ਦੇ ਬੱਚਿਆਂ ਨੂੰ ਜੋ ਕਿਤਾਬਾਂ ਪੜ੍ਹਾਈਆਂ ਗਈਆਂ, ਜਿਹਦੇ ਵਿੱਚ ਸਿੱਖ ਇਤਿਹਾਸ ਨੂੰ ਬਹੁਤ ਵਿਗਾੜ ਕੇ ਲਿਖਿਆ ਗਿਆ, ਗੁਰੂ ਸਾਹਿਬਾਂ ਦੇ ਖਿਲਾਫ ਅਪਸ਼ਬਦਾਵਲੀ ਲਿਖੀ ਗਈ, ਉਹਦੇ ਸੰਬੰਧ 'ਚ ਪਿਛਲੇ ਸਾਲ ਤੁਹਾਨੂੰ ਪਤਾ ਹੈ ਕਿ 4 ਮਹੀਨੇ ਪੰਜਾਬ ਐਜੂਕੇਸ਼ਨ ਬੋਰਡ ਦੇ ਦਫ਼ਤਰ ਅੱਗੇ ਧਰਨਾ ਚੱਲਿਆ ਔਰ ਉਸ ਤੋਂ ਉਪਰੰਤ 3 ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਹੋ ਗਿਆ, ਕਿਤਾਬਾਂ ਬੈਨ ਹੋ ਗਈਆਂ। ਲੇਕਿਨ ਅਫਸੋਸ ਨਾਲ ਕਹਿਣਾ ਪਵੇਗਾ ਕਿ ਉਹ ਕਿਤਾਬਾਂ ਅੱਜ ਵੀ ਲਿਖੀਆਂ ਜਾ ਰਹੀਆਂ ਨੇ, ਪਬਲਿਸ਼ ਹੋ ਰਹੀਆਂ ਨੇ, ਦੁਕਾਨਾਂ ਤੇ ਵਿਕ ਰਹੀਆਂ ਨੇ ਔਰ ਆਹ ਜਿਹੜਾ ਨਵਾਂ ਸੈਸ਼ਨ ਹੈ ਇਹਦੇ ਵਿੱਚ ਵੀ ਉਹ ਕਿਤਾਬਾਂ ਜਿਹੜੀਆਂ ਨੇ ਸਕੂਲਾਂ 'ਚ ਆ ਚੁੱਕੀਆਂ ਨੇ। ਉਹਦੇ ਸੰਬੰਧ ਵਿੱਚ ਵੀ ਗੱਲ ਰੱਖੀ ਹੈ ਕਿ ਅਜੇ ਤੱਕ ਤੁਸੀਂ ਉਹਨਾਂ ਦੋਸ਼ੀਆਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਨਹੀਂ ਕੀਤੀ ਔਰ ਭਰੋਸਾ ਦਿਵਾਇਆ ਕਿ ਅਸੀਂ ਕਰਦੇ ਹਾਂ। ਭਰੋਸੇ ਤਾਂ ਹੁਣ ਤੱਕ ਦਿੰਦੇ ਰਹੇ। ਕਿਸਾਨੀ ਮੁੱਦਿਆਂ ਨੂੰ ਲੈ ਕੇ ਦੂਸਰੀ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵਫਦ ਦੇ ਨਾਲ ਪੰਜਾਬ ਦੇ ਪ੍ਰਿੰਸੀਪਲ ਸਕੱਤਰ ਏ ਵੇਣੂ ਪ੍ਰਸਾਦ ਦੇ ਨਾਲ ਹੋਈ। ਪੰਜਾਬ ਭਵਨ ਦੇ ਵਿੱਚ ਹੋਈ ਇਸ ਬੈਠਕ ਤੋਂ ਬਾਅਦ ਕਿਸਾਨ ਲੀਡਰ ਜਿਹੜੇ ਕਿ ਸਰਵਣ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਨੇ, ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕਿਹੜੀਆਂ-ਕਿਹੜੀਆਂ ਮੰਗਾਂ ਉਹਨਾਂ ਦੀਆਂ ਮੰਨ ਲਈਆਂ ਗਈਆਂ ਨੇ। ਇੱਕ ਤਾਂ ਹੈ ਕਿ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪਾ ਕੇ ਉਸ ਤੋਂ ਬਾਅਦ ਜ਼ਮੀਨਾਂ ਤੇ ਕਬਜ਼ਾ ਲਿਆ ਜਾਊਗਾ। ਖੰਡ ਮਿਲਾਂ ਦਾ 430 ਕਰੋੜ ਰੁਪਏ ਦਾ ਬਕਾਇਆ ਛੇਤੀ ਕਿਸਾਨਾਂ ਦੇ ਖਾਤਿਆਂ ਵਿੱਚ ਪਾਇਆ ਜਾਊਗਾ। ਜ਼ੀਰਾ ਸ਼ਰਾਬ ਫੈਕਟਰੀ ਦੇ ਮੁੱਦੇ ਤੇ ਸਰਕਾਰ ਨੇ ਕਹਿੰਦੇ ਭਰੋਸਾ ਦਿੱਤਾ ਕਿ 10 ਤੋਂ 15 ਦਿਨਾਂ ਦੇ ਵਿੱਚ ਫਾਈਨਲ ਰਿਪੋਰਟ ਆਉਣ ਤੋਂ ਬਾਅਦ ਬੰਦ ਕਰਨ ਦੇ ਲਿਖਤੀ ਹੁਕਮ ਦੇ ਦਿੱਤੇ ਜਾਣਗੇ। 5 ਗਰਾਈਆਂ ਪੋਲਟਰੀ ਫਾਰਮ ਦਾ ਮੁੱਦਾ ਇਸ ਹਫ਼ਤੇ ਵਿੱਚ ਸੁਲਝਾ ਦਿੱਤਾ ਜਾਊਗਾ। ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਛੇਤੀ ਦਿੱਤੀਆਂ ਜਾਣਗੀਆਂ। ਪੰਧੇਰ ਨੇ ਦਿੱਲੀ ਦੇ ਜੰਤਰ ਮੰਤਰ ਤੇ ਚੱਲ ਰਹੇ ਪਹਿਲਵਾਨਾਂ ਦੇ ਧਰਨੇ ਨੂੰ ਇੱਕ ਵਾਰੀ ਫਿਰ ਸਮਰਥਨ ਦੇਣ ਦਾ ਐਲਾਨ ਕੀਤਾ। 6 ਮਹੀਨੇ ਤੇ 1 ਸਾਲ ਦੇ ਵਿੱਚ ਥਰੂ ਆਊਟ ਸਾਰੇ ਪੰਜਾਬ ਦੇ ਅਵਾਰਡ ਰਿਵਾਈਜ਼ ਕਰਕੇ, ਜਿਵੇਂ 1 ਕਰੋੜ 18 ਲੱਖ ਦਾ ਇੱਕ ਅਵਾਰਡ ਗੁਰਦਾਸਪੁਰ 'ਚ ਆਇਆ, ਸਾਰੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਪਾ ਕੇ ਉਦੋਂ ਬਾਅਦ ਜ਼ਮੀਨਾਂ ਤੇ ਕਬਜ਼ਾ ਲਿਆ ਜਾਊਗਾ। ਇਸ ਗੱਲ ਦੀ ਕਮਿਟਮੈਂਟ ਹੋਈ ਆ। ਜਿਵੇਂ DSP ਗੁਰਿੰਦਰਬੀਰ ਸਿੰਘ ਸਿੱਧੂ ਜੋ ਕੁਝ ਉੱਥੇ ਬੋਲਦੇ ਸੀ ਵੀ ਤੁਹਾਡੇ ਤੇ NSA ਲੱਗੂਗੀ, ਤੁਹਾਨੂੰ ਡਿਬੜੀਗੜ੍ਹ ਭੇਜਾਂਗੇ, ਜੋ ਪੁਲਿਸ ਨੇ ਤਸ਼ੱਦਦ ਕੀਤਾ, ਗੱਲਾਂ ਵੀ ਹੋਈਆਂ ਔਰ ਉਹ ਮੰਨੇ ਆ ਵੀ ਇਹ ਗੜਬੜ ਹੋਈ ਹੈਗੀ। ਪੰਜਾਬ ਦੇ ਵਿੱਚ ਬਰਗਾੜੀ ਬੇਅਦਬੀ ਦਾ ਮੁੱਦਾ ਇੱਕ ਵਾਰ ਫਿਰ ਤੋਂ ਭਖਦਾ ਦਿਖਾਈ ਦੇ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਖਾਸ ਕਰਕੇ ਪੰਜਾਬ ਪੁਲਿਸ ਤੇ ਵੱਡਾ ਇਲਜ਼ਾਮ ਲਾਉਂਦੇ ਹੋਏ ਕਿਹਾ ਹੈ ਕਿ ਬਰਗਾੜੀ ਬੇਅਦਬੀ ਕਾਂਡ ਦੇ ਕਥਿਤ ਦੋਸ਼ੀ ਸੰਦੀਪ ਬਰੇਟਾ ਨੂੰ ਬੈਂਗਲੁਰੂ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈਣ ਤੇ ਰਿਹਾ ਕੀਤੇ ਜਾਣ ਦਾ ਮਾਮਲਾ ਸਨਸਨੀਖੇਜ਼ ਹੈ। ਕਹਿੰਦੇ ਨਿਸ਼ਚਿਤ ਹੀ ਇਹ ਸਾਰਾ ਕੁਝ ਭਗਵੰਤ ਮਾਨ ਦੀ ਮਿਲੀਭੁਗਤ ਅਤੇ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਕਹਿੰਦੇ ਇਹ ਬੇਅਦਬੀ ਮਾਮਲੇ ਦੇ ਵਿੱਚ ਇਨਸਾਫ ਦੀ ਉਡੀਕ ਕਰ ਰਹੀ ਸੰਗਤ ਦੇ ਨਾਲ ਇੱਕ ਭੱਦਾ ਮਜ਼ਾਕ ਹੈ। ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਖੇਡਣ ਤੇ ਪੰਜਾਬ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ। ਤੇ ਇਹ ਪੋਸਟ ਕਰਦਿਆਂ ਹੋਇਆਂ ਅਕਾਲੀ ਦਲ ਨੇ ਪੰਜਾਬ ਪੁਲਿਸ ਦੇ 2 ਟਵੀਟ ਵੀ ਸਾਂਝੇ ਕੀਤੇ ਨੇ। ਇਸ ਦੀ ਜਾਣਕਾਰੀ ਤੁਹਾਨੂੰ ਅਸੀਂ ਬਾਅਦ ਚ ਦਿੰਨੇ ਹਾਂ ਕਿ ਇਹ ਕੀ ਟਵੀਟ ਨੇ, ਕਿਉਂਕਿ ਇਸੇ ਦਰਮਿਆਨ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਸੀਨੀਅਰ ਲੀਡਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਸ ਮੁੱਦੇ ਤੇ ਆਪ ਸਰਕਾਰ ਨੂੰ ਘੇਰਿਆ ਹੈ। ਚੰਨੀ ਕਹਿੰਦੇ ਕਿ ਖਬਰਾਂ ਮਿਲੀਆਂ ਨੇ ਕਿ ਇਹਨਾਂ ਨੇ ਇੱਕ ਬੰਦਾ ਫੜ ਲਿਆ ਸੀ, ਬੇਅਦਬੀ ਕਾਂਡ ਦਾ ਦੋਸ਼ੀ ਸੀ ਤੇ ਫਿਰ ਕਿਸੇ ਦੇ ਕਹੇ ਤੇ ਕਹਿੰਦੇ ਉਹਨੂੰ ਛੱਡ ਵੀ ਦਿੱਤਾ। ਕੀ ਕਹਿੰਦੇ ਹਰਿਆਣਾ ਦੇ ਵਿੱਚ ਵੋਟਾਂ ਨੂੰ ਦੇਖ ਕੇ ਡੇਰਾ ਸਿਰਸਾ ਵਾਲਿਆਂ ਦੀਆਂ ਵੋਟਾਂ ਦੇ ਲਈ ਉਹਨਾਂ ਨੇ ਇਸ ਨੂੰ ਛੱਡਿਆ ਹੈ। ਵੱਡਾ ਇਲਜ਼ਾਮ ਚੰਨੀ ਨੇ ਪੰਜਾਬ ਸਰਕਾਰ ਤੇ ਲਾਇਆ ਹੈ। ਕਹਿੰਦੇ ਵੀ ਇੱਕ ਬੰਦਾ ਫੜ ਲਿਆ ਸੀ, ਫਿਰ ਉਹਨੂੰ ਛੱਡ ਕਾਹਤੇ ਦਿੱਤਾ ਤੇ ਕਿਹਦੇ ਕਹੇ ਤੇ ਛੱਡਿਆ? ਕਿਆ ਹਰਿਆਣੇ ਦੇ ਇਲੈਕਸ਼ਨ ਦੇਖ ਕੇ ਉੱਥੇ ਸੱਚੇ ਸੌਦੇ ਵਾਲਿਆਂ ਦੀ ਵੋਟਾਂ ਦੀ ਜ਼ਰੂਰਤ ਹੈ ਇਸ ਕਰਕੇ ਛੱਡਤਾ? ਉਹ ਜੇ ਛੱਡਣਾ ਸੀ ਤਾਂ ਫੜਿਆ ਕਾਹਤੇ ਸੀ? ਇਹ ਜਿਹੜਾ ਬੇਅਦਬੀ ਦਾ ਮਸਲਾ ਹੈ, ਇਹ ਮਸਲਾ ਕਿਉਂ ਨਹੀਂ ਨਜਿੱਠਦੀ ਸਰਕਾਰ? ਨਾਲ ਹੀ ਸਵਾਲ ਵੀ ਖੜੇ ਕੀਤੇ ਕਿ ਸਰਕਾਰ ਬੇਅਦਬੀ ਦਾ ਮਸਲਾ ਹੱਲ ਕਿਉਂ ਨਹੀਂ ਕਰ ਰਹੀ। ਸਾਨੂੰ ਤਾਂ ਆਖਦੇ ਨੇ ਕਿ ਕਾਂਗਰਸ ਸਰਕਾਰ ਨੇ ਹੱਲ ਕੀਤਾ ਨਹੀਂ, ਪਰ ਸਾਡੀ ਸਰਕਾਰ ਨੇ, ਸਾਡੀ ਜਿਹੜੀ ਪਾਰਟੀ ਨੇ, ਕਾਂਗਰਸ ਪਾਰਟੀ ਨੇ ਕੈਪਟਨ ਨੂੰ ਤਾਂ ਹੀ ਤਾਂ ਗੱਦੀਓਂ ਲਾ ਦਿੱਤਾ ਸੀ ਕਿ ਉਹਨਾਂ ਨੇ ਹੱਲ ਨਹੀਂ ਕੀਤਾ। ਫਿਰ ਕਹਿੰਦੇ 1.25 ਸਾਲ ਹੋ ਗਿਆ ਤੁਹਾਡੀ ਸਰਕਾਰ ਨੂੰ, ਤਾਂ ਬੇਅਦਬੀ ਦੀ ਫਾਈਲ ਸੁੱਕ ਗਈ ਹੈ, ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ? ਕਹਿੰਦੇ ਜਦੋਂ ਮੇਰੀ ਸਰਕਾਰ ਸੀ, ਮੈਂ ਸਰਕਾਰ ਦੇ ਵਿੱਚ ਆਇਆ ਸੀ, ਉਦੋਂ ਤਾਂ ਅਸੀਂ ਡੇਰੇ ਸਿਰਸਾ ਦਾ ਜਿਹੜਾ ਮੁਖੀ ਹੈ ਉਸ ਦਾ ਅਸੀਂ ਰਿਮਾਂਡ ਵੀ ਲੈ ਲਿਆ ਸੀਗਾ। ਰਾਮ ਰਹੀਮ ਦਾ ਹਾਈ ਕੋਰਟ ਨੇ ਸਟੇ ਦਿੱਤੀ ਤਾਂ ਅਸੀਂ ਜੇਲ੍ਹ ਦੇ ਵਿੱਚ ਜਾ ਕੇ ਵੀ ਪੁੱਛ ਪੜਤਾਲ ਕੀਤੀ ਸੀ। ਪਰ ਕੀ ਕਹਿੰਦੇ ਆਮ ਆਦਮੀ ਪਾਰਟੀ ਨੂੰ ਵੋਟਾਂ ਦੀ ਲੋੜ ਪੈਗੀ ਜਿਹੜਾ ਇੱਕ ਦੋਸ਼ੀ ਨੂੰ ਫੜ ਕੇ ਉਸ ਨੂੰ ਉੱਥੇ ਹੀ ਛੱਡ ਆਏ।
ਦਰਅਸਲ ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ, ਦਾਅਵਾ ਕੀਤਾ ਸੀ ਕਿ ਉਹਨਾਂ ਨੇ ਬੇਅਦਬੀ ਦੇ ਇੱਕ ਭਗੌੜੇ ਮੁਲਜ਼ਮ ਡੇਰਾ ਪ੍ਰੇਮੀ ਜਿਹੜਾ ਕਿ ਡੇਰਾ ਸਿਰਸਾ ਦੀ ਕਮੇਟੀ ਦੇ ਵਿੱਚ ਵੀ ਸ਼ਾਮਲ ਸੀ, 8 ਸਾਲਾਂ ਤੋਂ ਭਗੌੜਾ ਸੀ, ਉਸਨੂੰ ਬੰਗਲੁਰੂ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਹੈ। ਉਸਦੀ ਫੋਟੋ ਵੀ ਜਾਰੀ ਕਰ ਦਿੱਤੀ ਸੀ। ਪਰ ਦੂਸਰੇ ਦਿਨ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਪੰਜਾਬ ਪੁਲਿਸ ਨੇ ਇੱਕ ਹੋਰ ਟਵੀਟ ਕਰਕੇ ਆਪਣੇ ਹੀ ਦਾਅਵੇ ਨੂੰ ਖਾਰਿਜ ਕਰ ਦਿੱਤਾ। ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਸੰਦੀਪ ਕੁਮਾਰ ਦਾ ਬੇਅਦਬੀ ਕਾਂਡ ਨਾਲ ਕੋਈ ਸੰਬੰਧ ਨਹੀਂ ਹੈ। ਦਿੱਲੀ ਦਾ ਉਹ ਰਹਿਣ ਵਾਲਾ ਹੈ। 18 ਸਾਲ ਤੋਂ ਕਰਨਾਟਕਾ ਦੀ ਇੱਕ ਨਿੱਜੀ ਕੰਪਨੀ ਦਾ ਸੀਨੀਅਰ ਅਫਸਰ ਹੈ। ਪੜਤਾਲ ਦੌਰਾਨ ਕਹਿੰਦੇ ਪਤਾ ਲੱਗਿਆ ਕਿ ਹਿਰਾਸਤ ਵਿੱਚ ਲਏ ਗਏ ਸੰਦੀਪ ਕੁਮਾਰ ਦੇ ਪਿਤਾ ਦਾ ਨਾਮ ਤੇ ਜਨਮ ਦਾ ਸਾਲ ਸੰਦੀਪ ਬਰੇਟਾ ਦੇ ਨਾਲ ਮੇਲ ਖਾਂਦਾ ਸੀ, ਇਸ ਕਰਕੇ ਗਲਤੀ ਨਾਲ ਉਹਨੂੰ ਫੜ ਲਿਆ ਸੀ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਲੈ ਕੇ ਦੋ ਅਹਿਮ ਖਬਰਾਂ ਸਾਹਮਣੇ ਆਈਆਂ ਨੇ। ਇੱਕ ਡਿਬਰੂਗੜ੍ਹ ਜੇਲ੍ਹ ਤੋਂ ਹੈ ਤੇ ਦੂਸਰੀ ਬਾਬਾ ਬਕਾਲਾ ਤੋਂ। ਪਹਿਲੀ ਅਪਡੇਟ ਹੈ ਕਿ ਕੌਮੀ ਸੁਰੱਖਿਆ ਏਜੰਸੀ NSA ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਅੰਮ੍ਰਿਤਪਾਲ ਸਿੰਘ ਤੋਂ ਕਈ ਘੰਟੇ ਤੱਕ ਪੁੱਛਗਿੱਛ ਕੀਤੀ। ਪਤਾ ਲੱਗਿਆ ਕਿ NSA ਦੇ ਅਧਿਕਾਰੀ ਸਵਾਲਾਂ ਦੀ ਲੰਬੀ ਸੂਚੀ ਲੈ ਕੇ ਆਏ ਸੀ, ਜਿਸ ਦੇ ਵਿੱਚ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਵੀ ਅਹਿਮ ਸਵਾਲ ਪੁੱਛੇ ਗਏ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀਆਂ 7 ਮਹੀਨੇ ਦੀਆਂ ਗਤੀਵਿਧੀਆਂ, ਸਾਥੀਆਂ ਅਤੇ ਜਥੇਬੰਦੀ ਨੂੰ ਲੈ ਕੇ ਵੀ ਸਵਾਲ ਜਵਾਬ ਕੀਤੇ ਗਏ। ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਿਕ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੋਂ ਇਕੱਲੇ ਪੁੱਛਗਿੱਛ ਕੀਤੀ ਗਈ ਹੈ। ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ, ਕਰੀਬੀ ਸਾਥੀ ਪਪਲਪ੍ਰੀਤ ਸਿੰਘ ਅਤੇ ਦਲਜੀਤ ਕਲਸੀ ਤੋਂ ਵੀ ਵੱਖਰੇ ਤੌਰ ਤੇ NSA ਦੀ ਪੁੱਛ ਪੜਤਾਲ ਹੋਵੇਗੀ ਜਾਂ ਫਿਰ ਹੋ ਚੁੱਕੀ ਹੈ। ਇਸ ਤੋਂ ਪਹਿਲਾਂ NSA ਦੇ ਸਲਾਹਕਾਰ ਬੋਰਡ ਨੇ ਵੀ ਸੋਮਵਾਰ ਨੂੰ ਜੇਲ੍ਹ ਦੇ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਸਮੇਤ 9 ਹੋਰ ਸਿੱਖ ਕੈਦੀਆਂ ਦੇ ਨਾਲ ਮੁਲਾਕਾਤ ਕੀਤੀ ਸੀ। ਬੋਰਡ ਦੇ ਚੇਅਰਮੈਨ ਹਾਈਕੋਰਟ ਦੇ ਰਿਟਾਇਰਡ ਜਸਟਿਸ ਸ਼ਾਬਿਹੁਲ ਹਸਨੈਨ, ਬੋਰਡ ਦੇ ਮੈਂਬਰ ਸੁਵੀਰ ਸੌਕੰਦ, ਦਿਵਿਆਂਸ਼ੂ ਜੈਨ, ਪੰਜਾਬ ਪੁਲਿਸ ਦੇ IG ਰਾਕੇਸ਼ ਅਗਰਵਾਲ, ਇਹ ਸਾਰੇ ਸ਼ਾਮਿਲ ਸਨ। ਇਹਨਾਂ ਨੇ ਵੀ ਪੁੱਛਗਿੱਛ ਕੀਤੀ। ਅੰਮ੍ਰਿਤਪਾਲ ਸਿੰਘ ਨੂੰ ਛੱਡ ਕੇ ਬਾਕੀ ਜਿਹੜੇ 9 ਸਿੱਖ ਕੈਦੀ ਨੇ ਉਹਨਾਂ ਦੀ NSA ਅਧੀਨ ਪਹਿਲੇ 3 ਮਹੀਨੇ ਦੀ ਡਿਟੈਂਸ਼ਨ ਛੇਤੀ ਖਤਮ ਹੋ ਰਹੀ ਹੈ ਤੇ ਬੋਰਡ ਦੀ ਰਿਪੋਰਟ ਦੇ ਆਧਾਰ ਤੇ ਹੀ ਡਿਟੈਂਸ਼ਨ ਦੇ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਜਾਂ ਫਿਰ ਇਸ ਨੂੰ ਖਤਮ ਕੀਤਾ ਜਾ ਸਕਦਾ ਹੈ। ਦੂਸਰੀ ਅਪਡੇਟ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਖਿਲਾਫ 12 ਚਲਾਨ ਪੇਸ਼ ਕੀਤੇ ਗਏ ਨੇ। ਅੰਮ੍ਰਿਤਪਾਲ ਸਿੰਘ ਦੇ ਵੱਲੋਂ ਸ਼ੁਰੂ ਕੀਤੀ ਗਈ ਖਾਲਸਾ ਵਹੀਰ ਦੇ ਵਿੱਚ ਸ਼ਾਮਿਲ 12 ਸਾਥੀਆਂ ਦੇ ਖਿਲਾਫ ਖਿਲਚੀਆਂ ਥਾਣੇ ਦੇ ਵਿੱਚ ਮਾਮਲਾ ਦਰਜ ਹੋਇਆ ਸੀ। ਹੁਣ ਪੁਲਿਸ ਨੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਬਿਕਰਮਜੀਤ ਸਿੰਘ ਦੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ। ਇਹਨਾਂ ਖਿਲਾਫ ਧਾਰਾ 279 ਲਾਪਰਵਾਹੀ ਨਾਲ ਗੱਡੀ ਚਲਾਉਣੀ, 506 ਜਾਨੋਂ ਮਾਰਨ ਦੀ ਧਮਕੀ, 336 ਜਾਨ ਨੂੰ ਖਤਰੇ ਵਿੱਚ ਪਾਉਣਾ ਤੇ 186 ਸਰਕਾਰੀ ਡਿਊਟੀ ਦੇ ਵਿੱਚ ਉਲੰਘਣਾ, ਸਰਕਾਰੀ ਡਿਊਟੀ ਦੇ ਵਿੱਚ ਮੁਸ਼ਕਿਲ ਪੈਦਾ ਕਰਨਾ, ਇਹਨਾਂ ਦੇ ਤਹਿਤ ਕੇਸ ਚੱਲੇਗਾ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 29 ਮਈ ਨੂੰ ਹੋਵੇਗੀ। ਅੰਮ੍ਰਿਤਪਾਲ ਸਿੰਘ ਅਤੇ ਉਸਦੇ ਹਮਾਇਤੀਆਂ ਦੇ ਖਿਲਾਫ 18 ਮਾਰਚ 2023 ਨੂੰ ਇਹ ਕੇਸ ਦਰਜ ਹੋਇਆ ਸੀ, ਜਿਸ ਦਿਨ ਪੁਲਿਸ ਨੇ ਇਹਨਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਸੀ। ਬਾਬਾ ਬਕਾਲਾ ਸਾਹਿਬ ਅਦਾਲਤ ਦੇ ਵਿੱਚ ਪੇਸ਼ ਚਲਾਨ ਦੇ ਵਿੱਚ ਅੰਮ੍ਰਿਤਪਾਲ ਸਿੰਘ, ਉਸਦੇ ਚਾਚਾ ਹਰਜੀਤ ਸਿੰਘ ਅਤੇ ਨੇੜਲੇ ਸਾਥੀ ਪਪਲਪ੍ਰੀਤ ਸਿੰਘ ਦਾ ਨਾਮ ਸ਼ਾਮਲ ਨਹੀਂ ਹੈ। ਅਗਲੀ ਖਬਰ ਸੁਣ ਕੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਭੁੱਖ ਪਿਆਸ ਘਟ ਜੂਗੀ, ਦਿਲ ਦੀ ਧੜਕਣ ਜ਼ਰੂਰ ਵੱਧ ਜੂਗੀ। ਦਰਅਸਲ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਸ਼ੁੱਕਰਵਾਰ ਨੂੰ ਯਾਨੀ ਕਿ 26 ਮਈ ਨੂੰ ਸਵੇਰੇ 11:30 ਵਜੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ ਜਾਵੇਗਾ। ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਵਾਈਸ ਚੇਅਰਮੈਨ ਡਾਕਟਰ ਵਰਿੰਦਰ ਭਾਟੀਆ ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੈਸ ਨੂੰ ਵਰਚੁਅਲ ਮੀਟਿੰਗ ਦੌਰਾਨ 10ਵੀਂ ਦਾ ਨਤੀਜਾ ਐਲਾਨ ਦੇਣਗੇ, ਪ੍ਰੈਸ ਰਾਹੀਂ ਐਲਾਨ ਦੇਣਗੇ। ਵਿਦਿਆਰਥੀ ਇਹ ਨਤੀਜਾ 26 ਮਈ ਨੂੰ ਬੋਰਡ ਦੀ ਵੈਬਸਾਈਟ www.pscb.ac.in ਅਤੇ www.indiaresults.com ਤੇ ਦੇਖ ਸਕਣਗੇ ਤੇ ਡਾਊਨਲੋਡ ਵੀ ਕਰ ਸਕਣਗੇ। ਸੋ ਅਸੀਂ ਸਾਰੇ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ 10ਵੀਂ ਜਮਾਤ ਦੇ ਵਿਦਿਆਰਥੀ ਪੜ੍ਹਦੇ ਨੇ, ਜਿਨ੍ਹਾਂ ਨੇ 10ਵੀਂ ਦੇ ਪੇਪਰ ਦਿੱਤੇ ਨੇ, ਸਭ ਨੂੰ ਅਸੀਂ ਸ਼ੁਭ ਕਾਮਨਾਵਾਂ ਦਿੰਦੇ ਹਾਂ ਕਿ ਚੰਗੇ ਨੰਬਰ ਤੁਹਾਡੇ ਆਉਣ। ਇੱਕ ਦਿਨ ਪਹਿਲਾਂ 12ਵੀਂ ਦਾ ਨਤੀਜਾ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨ ਦਿੱਤਾ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀਆਂ 3 ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ 51,000 ਰੁਪਏ ਦੇ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ 8ਵੀਂ ਤੇ 5ਵੀਂ ਜਮਾਤ ਦੇ ਵਿਦਿਆਰਥੀਆਂ ਦਾ ਵੀ ਸਨਮਾਨ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ। ਇਸ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਚੁੱਕੇ ਨੇ। ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਹਿਲੇ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਦੇ ਲਈ 51,000 ਰੁਪਏ ਘੱਟ ਨੇ। ਚੀਮਾ ਨੇ ਕਿਹਾ ਕਿ ਬੜੀ ਚੰਗੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ, ਪਰ ਕਹਿੰਦੇ ਮੈਂ ਯਾਦ ਦਿਵਾਉਣਾ ਚਾਹੁੰਦਾ ਕਿ ਪਹਿਲਾਂ 10ਵੀਂ ਦੇ ਵਿੱਚ ਬੋਰਡ ਚੋਂ ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਆਉਣ ਵਾਲਿਆਂ ਨੂੰ ਕਰਮਵਾਰ 1,75,000 ਤੇ 50,000 ਰੁਪਏ ਮਿਲਦੇ ਸੀ। 12ਵੀਂ ਦੇ ਵਿੱਚ ਟੌਪ ਕਰਨ ਵਾਲੇ ਨੂੰ ਇਨਾਮ ਵਜੋਂ 1 ਲੱਖ ਰੁਪਇਆ ਮਿਲਦਾ ਸੀ। ਹੁਣ ਕਹਿੰਦੇ ਮਹਿੰਗਾਈ ਵੀ ਵੱਧ ਗਈ ਹੈ, ਸੋ ਥੋੜੀ ਜਿਹੀ ਹੋਰ ਕਿਰਪਾ ਕਰ ਦਿਓ, ਇਹਨਾਂ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਪਹਿਲਾਂ ਵਾਂਗੂ ਤੁਸੀਂ ਨਗਦ ਰਾਸ਼ੀ ਦੇ ਕੇ ਸਨਮਾਨਿਤ ਕਰੋ। ਇੱਕ ਹੋਰ ਖਬਰ ਵਿਦਿਆਰਥੀਆਂ ਦੇ ਨਾਲ ਹੀ ਜੁੜੀ ਹੋਈ ਹੈ, ਜਿਸ ਨੂੰ ਸੁਣ ਕੇ ਸਵਾਲ ਜ਼ਰੂਰ ਮਨ ਦੇ ਵਿੱਚ ਪੈਦਾ ਹੁੰਦਾ ਹੈ ਕਿ ਕੀ ਹੁਣ ਸਰਕਾਰ ਹਰੇਕ ਵਿਦਿਆਰਥੀ ਨੂੰ ਬਾਹਰ ਭੇਜਣ ਦੀ ਤਿਆਰੀ ਕਰ ਰਹੀ ਹੈ। ਦਰਅਸਲ ਪੰਜਾਬ ਦੇ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਵਿਦੇਸ਼ ਮੰਤਰਾਲੇ ਮੂਹਰੇ ਆਇਲਟਸ ਨੂੰ ਸਿਲੇਬਸ ਦੇ ਵਿੱਚ ਸ਼ਾਮਲ ਕਰਨ ਦੀ ਮੰਗ ਰੱਖੀ ਹੈ। ਯਾਨੀ ਕਿ ਜਿਹੜਾ ਅੰਗਰੇਜ਼ੀ ਭਾਸ਼ਾ ਦਾ ਕੌਮਾਂਤਰੀ ਪੱਧਰ ਦਾ ਟੈਸਟ ਹੁੰਦਾ ਹੈ, ਆਇਲਟਸ ਬਹੁਤ ਸਾਰੇ ਵਿਦਿਆਰਥੀ ਕਰਦੇ ਨੇ 10ਵੀਂ ਤੋਂ ਬਾਅਦ 12ਵੀਂ ਤੋਂ ਬਾਅਦ, ਉਸ ਨੂੰ ਹੁਣ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਮੰਗ ਵਿਦੇਸ਼ ਮੰਤਰਾਲੇ ਮੂਹਰੇ ਰੱਖੀ ਹੈ। ਦਰਅਸਲ ਇਹਨਾਂ ਦਾ ਤਰਕ ਵੀ ਸਹੀ ਹੈ। ਧਾਲੀਵਾਲ ਨੇ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ ਦੇ ਨਾਲੋਂ ਵੱਧ ਤਾਂ ਇੱਥੇ ਆਇਲਟਸ ਸੈਂਟਰ ਖੁੱਲੇ ਪਏ ਨੇ। ਹਰ ਪਿੰਡ ਤੇ ਗਲੀ ਦੇ ਵਿੱਚ ਲੋਕਾਂ ਨੂੰ ਆਇਲਟਸ ਦੇ ਨਾਂ ਤੇ ਲੁੱਟਿਆ ਜਾ ਰਿਹਾ ਹੈ ਤੇ ਛੇਤੀ ਹੀ ਇਸ ਬਾਰੇ ਉਹ ਸੀਐਮ ਮਾਨ ਦੇ ਨਾਲ ਵੀ ਗੱਲ ਕਰਨਗੇ। ਉਹਨਾਂ ਦਾਅਵਾ ਕੀਤਾ ਕਿ ਸੂਬੇ ਦੇ ਆਇਲਟਸ ਸੈਂਟਰਾਂ ਦੀ ਜਾਂਚ ਵੀ ਕੀਤੀ ਜਾਏਗੀ ਤੇ ਇਸ ਲੁੱਟ ਨੂੰ ਰੋਕਣ ਦੇ ਲਈ ਕਿਉਂ ਨਾ ਆਇਲਟਸ ਨੂੰ ਸਿਲੇਬਸ ਦੇ ਵਿੱਚ ਹੀ ਸ਼ਾਮਲ ਕਰ ਦਿੱਤਾ ਜਾਵੇ। ਪਰ ਇਹਦੇ ਨਾਲ ਇਹ ਵੀ ਹੋਏਗਾ ਕਿ ਜਿਨ੍ਹਾਂ ਨੇ ਨਹੀਂ ਵੀ ਵਿਦੇਸ਼ ਜਾਣ ਦਾ ਜਿਨ੍ਹਾਂ ਦਾ ਪਲਾਨ ਸੀ, ਉਹ ਵੀ ਆਇਲਟਸ ਦੀ ਪੜ੍ਹਾਈ ਸਿਲੇਬਸ ਦੇ ਵਿੱਚ ਜੇ ਕਰਨਗੇ ਤਾਂ ਸ਼ਾਇਦ ਉਹਨਾਂ ਦੇ ਮਨ ਦੇ ਵਿੱਚ ਵੀ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਦੀ ਤਾਂਘ ਪੈਦਾ ਹੋਵੇਗੀ। ਤੇ ਪੰਜਾਬ ਦੇ ਵਿੱਚ ਪਹਿਲਾਂ ਹੀ ਵਿਦਿਆਰਥੀ ਇੰਨਾ ਕੁ ਪ੍ਰਵਾਸ ਕਰ ਚੁੱਕਿਆ ਕਿ ਕਾਲਜਾਂ ਵਾਲੇ, ਸਕੂਲਾਂ ਵਾਲੇ ਅੱਜ ਵਿਲਕ ਰਹੇ ਨੇ ਕਿ ਉਹਨਾਂ ਦੇ ਦਾਖਲੇ ਘਟ ਰਹੇ ਨੇ। ਦਾਖਲੇ ਵਧਾਉਣ ਦੇ ਲਈ ਵੱਖ-ਵੱਖ ਤਰੀਕੇ ਨੇ ਜਿਹੜੇ ਉਹ ਅਪਣਾਏ ਜਾ ਰਹੇ ਨੇ। ਪੜ੍ਹਾਈ ਕਰਨ ਦੇ ਲਈ ਇੰਗਲੈਂਡ ਯਾਨੀ ਕਿ ਯੂਕੇ ਗਏ ਵਿਦਿਆਰਥੀਆਂ ਦੇ ਲਈ ਇੱਕ ਹੋਰ ਝਟਕੇ ਦੀ ਖਬਰ ਹੈ ਕਿ ਉਹਨਾਂ ਨੂੰ ਹੁਣ ਸਪਾਊਸ ਵੀਜ਼ਾ ਦੀ ਸਹੂਲਤ ਵੀ ਨਹੀਂ ਮਿਲੇਗੀ। ਯੂਕੇ ਸਰਕਾਰ ਨੇ ਸਹੂਲਤ ਬੰਦ ਕਰ ਦਿੱਤੀ ਹੈ। ਇਸ ਫੈਸਲੇ ਦੇ ਨਾਲ ਪੜ੍ਹਾਈ ਲਈ ਯੂਕੇ ਜਾਣ ਵਾਲੇ ਵਿਦਿਆਰਥੀ ਆਪਣੇ ਸਾਥੀ ਨੂੰ ਨਾਲ ਨਹੀਂ ਲਿਜਾ ਸਕਣਗੇ। ਹਾਲਾਂਕਿ ਇਹ ਫੈਸਲਾ ਇਸ ਸਾਲ ਸਤੰਬਰ ਦੇ ਵਿੱਚ ਜਾਣ ਵਾਲੇ ਵਿਦਿਆਰਥੀਆਂ ਤੇ ਲਾਗੂ ਨਹੀਂ ਹੋਵੇਗਾ, ਉਸ ਤੋਂ ਬਾਅਦ ਤੇ ਲਾਗੂ ਹੋਵੇਗਾ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਤੜਕੇ ਗੁਜਰਾਤ ਦੀ ਜੇਲ੍ਹ ਤੋਂ ਦਿੱਲੀ ਦੀ ਮੰਡੋਲੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਹੈ। ਬਿਸ਼ਨੋਈ ਨੂੰ ਸੁਰੱਖਿਆ ਕਾਰਨਾਂ ਕਰਕੇ ਮੰਡੋਲੀ ਜੇਲ੍ਹ ਦੇ ਵਿੱਚ ਲਿਆਂਦਾ ਗਿਆ। ਗੈਂਗਸਟਰ ਟਿੱਲੂ ਤਾਜਪੁਰੀਆ ਦਾ 2 ਮਈ ਨੂੰ ਤਿਹਾੜ ਜੇਲ੍ਹ ਦੇ ਵਿੱਚ ਗੋਗੀ ਗੈਂਗ ਦੇ 4 ਮੈਂਬਰਾਂ ਨੇ ਕਥਿਤ ਤੌਰ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਸੀ ਤੇ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਪਿਛਲੇ ਮਹੀਨੇ ਬਿਸ਼ਨੋਈ ਨੂੰ ਸਰਹੱਦ ਪਾਰ ਡਰੱਗ ਤਸਕਰੀ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਸੀ। ਵਾਪਸ ਉਹਨੂੰ ਲਿਆ ਕੇ ਤਿਹਾੜ ਜੇਲ੍ਹ ਛੱਡਿਆ ਜਾਣਾ ਸੀ, ਪਰ ਉਸ ਦੀ ਬਜਾਏ ਉਸ ਨੂੰ ਮੰਡੋਲੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ। ਬੁੱਧਵਾਰ ਨੂੰ ਯਾਨੀ ਕਿ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਦੇ ਰਈਆ ਦੇ ਵਿੱਚ ਜਿਹੜਾ ਜਰਨੈਲ ਸਿੰਘ ਨਾਂ ਦੇ ਨੌਜਵਾਨ ਦਾ ਕਤਲ ਹੋਇਆ ਸੀ, ਉਸ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗੈਂਗ ਨੇ ਲਈ ਹੈ। ਇੱਕ ਪੋਸਟ ਪਾ ਕੇ ਕਿਹਾ ਹੈ ਕਿ ਜਰਨੈਲ ਸਿੰਘ ਦਾ ਕਤਲ ਸਾਡੇ ਬੰਦਿਆਂ ਨੇ ਕੀਤਾ ਹੈ। ਡੋਨੀ ਦੇ ਵੱਲੋਂ ਕਤਲ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਪੋਸਟ ਦੇ ਵਿੱਚ ਲਿਖਿਆ ਕਿ ਇਹ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਜਾਂਚ ਕਰ ਰਹੀ ਹੈ। ਦਵਿੰਦਰ ਬੰਬੀਹਾ ਗੁੱਟ ਨੇ ਕਿਹਾ ਕਿ ਸਾਡੇ ਵਿਰੋਧੀਆਂ ਦੇ ਨਾਲ ਸੰਬੰਧ ਰੱਖਦਾ ਸੀ, ਇਸ ਕਰਕੇ ਇਸ ਨੂੰ ਮਾਰਿਆ ਗਿਆ ਹੈ। ਦਰਅਸਲ ਅੰਮ੍ਰਿਤਸਰ ਦੇ ਰਈਆ ਦੇ ਪਿੰਡ ਸਠਿਆਲਾ ਦੇ ਵਿੱਚ 3-4 ਹਥਿਆਰਬੰਦ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਜਰਨੈਲ ਸਿੰਘ ਦਾ ਕਤਲ ਕਰ ਦਿੱਤਾ ਸੀ। ਇਸ ਦੌਰਾਨ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ ਸੀ। ਪੁਲਿਸ ਨੇ ਦੱਸਿਆ ਸੀ ਕਿ ਜਰਨੈਲ ਸਿੰਘ ਗੈਂਗਸਟਰ ਦਾ ਕਤਲ ਹੋਇਆ ਹੈ। ਹਾਲਾਂਕਿ ਜਰਨੈਲ ਸਿੰਘ ਨੂੰ ਵੇਟ ਲਿਫਟਰ ਕਿਹਾ ਜਾ ਰਿਹਾ ਹੈ ਤੇ ਲੰਬਾ ਸਮਾਂ ਉਹ ਸਰਕਾਰੀ ਕਾਲਜ ਸਠਿਆਲਾ ਦੇ ਵਿੱਚ ਸਟੂਡੈਂਟ ਪ੍ਰਧਾਨ ਵੀ ਰਿਹਾ। ਤਰਨਤਾਰਨ ਤੋਂ ਹੈਰਾਨ ਕਰਨ ਵਾਲੀ ਲੁੱਟ ਦੀ ਖਬਰ ਸਾਹਮਣੇ ਆਈ ਹੈ, ਜਿੱਥੇ ਬੰਦੂਕ ਦੀ ਨੋਕ ਤੇ ਕੱਪੜੇ ਖਰੀਦੇ ਨੇ। 4 ਲੁਟੇਰਿਆਂ ਨੇ ਪਹਿਲਾਂ ਇੱਕ ਦੁਕਾਨ ਤੋਂ 12,000 ਰੁਪਏ ਦੇ ਮਹਿੰਗੇ ਕੱਪੜੇ ਖਰੀਦੇ। ਜੋ ਦੁਕਾਨਦਾਰ ਨੇ ਪੈਸੇ ਮੰਗੇ ਤਾਂ ਗਨ ਪੁਆਇੰਟ ਤੇ ਗੱਲੇ ਚੋਂ ਵੀ ਪੈਸੇ ਖੋਲੇ ਤੇ ਭੱਜ ਗਏ। ਕੱਪੜੇ ਵੀ ਲੈ ਗਏ, ਗੱਲੇ ਚੋਂ ਪੈਸੇ ਵੀ ਲੈ ਗਏ। ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਤਰਨਤਾਰਨ ਅੰਮ੍ਰਿਤਸਰ ਸਰਹੱਦ ਨੇੜੇ ਪਿੰਡ ਜਿਓਵਾਲਾ ਦੇ ਵਿੱਚ ਵਾਪਰੀ ਹੈ। ਪਿੰਡ ਦੇ ਰਾਜੂ ਕਲੌਥ ਹਾਊਸ ਦੇ ਵਿੱਚ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਪੰਜਾਬ ਪੁਲਿਸ ਅਤੇ ਸੀਬੀਆਈ ਦੇ ਵੱਲੋਂ ਬੇਅਦਬੀ ਮਾਮਲੇ ਦੀ ਜਾਂਚ ਨਾਲ ਜੁੜਿਆ ਰਿਕਾਰਡ ਬਲਾਤਕਾਰੀ ਰਾਮ ਰਹੀਮ ਨੂੰ ਦੇਣ ਦੀ ਮੰਗ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਕਰ ਲਿਆ। ਸੀਬੀਆਈ ਦੇ ਵੱਲੋਂ ਕੀਤੀ ਗਈ ਜਾਂਚ ਤੇ ਪੰਜਾਬ ਦੀ ਸਿੱਟ ਦੇ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ ਹੁਣ ਬਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਨੂੰ ਦਿੱਤੇ ਜਾਣਗੇ। ਰਾਮ ਰਹੀਮ ਨੇ ਇਸ ਸੰਬੰਧੀ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਬਚਾਅ ਦੇ ਲਿਹਾਜ਼ ਨਾਲ ਮਾਮਲੇ ਨਾਲ ਜੁੜੇ ਦਸਤਾਵੇਜ਼ ਉਸ ਨੂੰ ਉਪਲਬਧ ਕਰਵਾਏ ਜਾਣ ਤੇ ਹਾਈ ਕੋਰਟ ਨੇ ਇਸ ਮੰਗ ਨੂੰ ਸਵੀਕਾਰ ਕਰ ਲਿਆ ਹੈ। ਪਾਕਿਸਤਾਨ ਦੀ ਇੱਕ ਫੈਕਟਰੀ ਦਾ ਜ਼ਹਿਰੀਲਾ ਪਾਣੀ ਕਹਿੰਦੇ ਭਾਰਤੀ ਸਰਹੱਦ ਦੇ ਅੰਦਰ ਦਾਖਲ ਹੋ ਰਿਹਾ ਹੈ। ਦਰਅਸਲ ਪਾਕਿਸਤਾਨ ਦੇ ਪ੍ਰਸਿੱਧ ਸ਼ਹਿਰ ਕਸੂਰ ਦੇ ਵਿੱਚ ਚਮੜਾ ਫੈਕਟਰੀ ਲੱਗੀ ਹੋਈ ਹੈ। ਇੱਥੋਂ ਜ਼ਹਿਰੀਲਾ ਪਾਣੀ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਖੇਤਾਂ ਵਿੱਚ ਆ ਕੇ ਵੜ ਰਿਹਾ ਹੈ ਤੇ ਕਿਸਾਨਾਂ ਦੀ ਕਈ ਏਕੜ ਫਸਲ ਖਰਾਬ ਹੋ ਗਈ ਹੈ ਤੇ ਸਰਹੱਦੀ ਪਿੰਡਾਂ ਦੇ ਵਿੱਚ ਬਿਮਾਰੀ ਫੈਲਣ ਦਾ ਖਤਰਾ ਵੀ ਵੱਧ ਗਿਆ ਹੈ। ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਇਸ ਮਸਲੇ ਦੀ ਜਾਂਚ ਕੀਤੀ ਜਾਵੇ ਅਤੇ ਕੋਈ ਹੱਲ ਕੱਢਿਆ ਜਾਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਕਿੰਨੇ ਦਿਨੀ ਆਪਣੇ ਹਮਰੁਤਬਾ ਅਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਮੁੰਬਈ ਪਹੁੰਚੇ ਹੋਏ ਨੇ। ਉਹਨਾਂ ਨੇ ਇਸ ਦੌਰੇ ਦਰਮਿਆਨ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸੁੱਖੀ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਸੁਖਵਿੰਦਰ ਸੁੱਖੀ ਨੇ ਮੁੱਖ ਮੰਤਰੀ ਪੰਜਾਬ ਦਾ ਆਪਣੇ ਘਰ ਆਉਣ ਤੇ ਪੁਰਾਣੀਆਂ ਜਿਹੜੀਆਂ ਰੀਤਾਂ ਨੇ ਉਹਨਾਂ ਦੇ ਨਾਲ ਸਵਾਗਤ ਕੀਤਾ, ਨਿੱਘਾ ਸਵਾਗਤ ਕੀਤਾ। ਤਸਵੀਰਾਂ ਕਾਫੀ ਵਾਇਰਲ ਹੋਈਆਂ ਨੇ। ਦੋਨੇ ਇੱਕ ਦੂਸਰੇ ਨੂੰ ਘੁੱਟ ਕੇ ਜੱਫੀ ਪਾ ਕੇ ਮਿਲੇ। ਪਿਛਲੇ 1 ਮਹੀਨੇ ਤੋਂ ਦਿੱਲੀ ਦੇ ਜੰਤਰ ਮੰਤਰ ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਵਿੱਚੋਂ ਇੱਕ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਅਤੇ ਉਹਨਾਂ ਦੇ ਪਤੀ ਸਤਿਆਵਰਤ ਕਾਦੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚ ਕੇ ਮੁਲਾਕਾਤ ਕੀਤੀ ਅਤੇ ਆਪਣੇ ਸੰਘਰਸ਼ ਦੇ ਕਾਰਨਾਂ ਤੇ ਮੰਗਾਂ ਬਾਰੇ ਜਥੇਦਾਰ ਸਾਹਿਬ ਨੂੰ ਵਿਸਥਾਰ ਦੇ ਨਾਲ ਦੱਸਿਆ। ਉਹਨਾਂ ਨੇ ਸਮੁੱਚੇ ਪਹਿਲਵਾਨਾਂ ਦੀ ਇਸ ਮੰਗ ਤੋਂ ਵੀ ਜਾਣੂ ਕਰਵਾਇਆ ਤੇ
अपील की जथेदार साहिब ਨੂੰ ਕਿ ਉਹ ਸਿੱਖ ਕੌਮ ਦੇ ਨਾਮ ਇੱਕ ਆਦੇਸ਼ ਜਾਰੀ ਕਰਨ ਕਿ ਸਮੁੱਚਾ ਸਿੱਖ ਜਗਤ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਆ ਜਾਵੇ। ਮੁਲਾਕਾਤ ਤੋਂ ਬਾਅਦ ਜਥੇਦਾਰ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਵੇ, ਮਾਮਲੇ ਦਾ ਛੇਤੀ ਹੱਲ ਕਰਕੇ ਪੀੜਤ ਪਹਿਲਵਾਨ ਧੀਆਂ ਦਾ ਇਨਸਾਫ ਯਕੀਨੀ ਬਣਾਵੇ। ਜਥੇਦਾਰ ਨੇ ਦੇਸ਼ ਦੀ ਝੋਲੀ ਵਿੱਚ ਤਗਮੇ ਪਾਉਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਅਤੇ ਉਸਦੇ ਪਤੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੀ ਪਿਛਲੇ ਦਿਨੀ ਜਦੋਂ ਐਗਜ਼ੀਕਟਿਵ ਦੀ ਮੀਟਿੰਗ ਹੋਈ ਸੀ ਉਸ ਦਰਮਿਆਨ ਪਹਿਲਵਾਨਾਂ ਦੇ ਧਰਨੇ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਸੀ ਅਤੇ ਇਹ ਵੀ ਕਿਹਾ ਸੀ ਕਿ ਐਸਜੀਪੀਸੀ ਦੇ ਵੱਲੋਂ ਇੱਕ ਵਫਦ ਜੰਤਰ ਮੰਤਰ ਤੇ ਜਾਵੇਗਾ। ਇਸ ਤੋਂ ਪਹਿਲਾਂ ਪੰਜਾਬ ਦੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਧਰਨੇ ਦਾ ਸਮਰਥਨ ਕਰ ਚੁੱਕੀਆਂ ਨੇ। ਸਿੱਖ ਸੰਘਰਸ਼ ਦੇ ਲੀਡਰ ਭਾਈ ਦਲਜੀਤ ਸਿੰਘ ਬਿੱਟੂ ਦੇ ਵੱਲੋਂ ਲਿਖੀ ਖਾੜਕੂ ਸੰਘਰਸ਼ ਦੀ ਗਾਥਾ ਬਿਆਨ ਕਰਦੀ ਦੂਸਰੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਭਾਗ 2 ਨੂੰ ਅੰਮ੍ਰਿਤਸਰ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ। ਇਸ ਕਿਤਾਬ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਿੰਘਾਂ ਦੇ ਵੱਲੋਂ ਪਾਈ ਗਈ ਸ਼ਹਾਦਤ ਦੀ ਗਾਥਾ ਲਿਖੀ ਗਈ ਹੈ। ਖਾਲਿਸਤਾਨ ਦੇ ਲਈ ਹੁਣ ਤੱਕ ਲੜੀ ਗਈ ਅਤੇ ਲੜੀ ਜਾ ਰਹੀ ਜੰਗ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸੱਚੀਆਂ ਕਹਾਣੀਆਂ ਤੇ ਹੱਡਬੀਤੀਆਂ ਤੇ ਆਧਾਰਿਤ ਇਸ ਕਿਤਾਬ ਦੀ ਲਾਂਚਿੰਗ ਦੇ ਮੌਕੇ ਲੇਖਕ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਉਸ ਖਾੜਕੂ ਸੰਘਰਸ਼ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਕਦੇ ਅੱਤਵਾਦ ਦੇ ਨਾਲ ਜੋੜਿਆ ਗਿਆ, ਕਦੇ ਛੋਟੇ-ਛੋਟੇ ਮਕਸਦਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਦਲਜੀਤ ਸਿੰਘ ਨੇ ਦੱਸਿਆ ਕਿ ਇਸ ਕਿਤਾਬ ਦੇ ਵਿੱਚ ਇਹੀ ਦੱਸਿਆ ਗਿਆ ਕਿ ਸੰਘਰਸ਼ ਲੜਨ ਵਾਲੇ ਉਹ ਸਿੰਘ ਕਿਹੋ ਜਿਹੇ ਸਨ, ਕਿਵੇਂ ਉਹਨਾਂ ਨੇ ਉਹ ਸਾਰਾ ਤਸ਼ੱਦਦ ਝੱਲਿਆ, ਉਸ ਸਮੇਂ ਦੇ ਹਾਲਾਤ ਕੀ ਸਨ। ਲੇਖਕ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਸ ਕਿਤਾਬ ਨੂੰ ਨਿਰਪੱਖ ਹੋ ਕੇ ਲਿਖਿਆ ਹੈ ਤੇ ਦੁਸ਼ਮਣ ਦੇ ਹੱਲੇ ਨੂੰ ਰੋਕਣ ਦੇ ਲਈ ਸਾਨੂੰ ਆਪਣਾ ਇਤਿਹਾਸ ਕਹਿੰਦੇ ਲਿਖਤੀ, ਆਡੀਓ ਤੇ ਵੀਡੀਓ ਰੂਪ ਦੇ ਵਿੱਚ ਸਾਂਭਣਾ ਚਾਹੀਦਾ ਹੈ। ਇਹ ਜੋ ਕਿਤਾਬ ਅਸੀਂ ਜਾਰੀ ਕਰ ਰਹੇ ਹਾਂ ਜਾਂ ਮੈਂ ਲਿਖੀ ਆ, ਇਹ ਇੱਕ ਉਸ ਵੱਲ ਨੂੰ ਇੱਕ ਕਦਮ ਹੀ ਅੱਗੇ ਪੱਟਦੇ ਹਾਂ ਅਸੀਂ ਕਿ ਜਿਹੜਾ ਇਹਨਾਂ ਨੇ ਇਹ ਕੂੜ ਦਾ ਇੱਕ ਗਵਾਰ ਖੜਾ ਕੀਤਾ, ਇੱਕ ਧੁੰਦ ਤੇ ਹਨੇਰਾ ਖੜਨ ਦੀ ਕੋਸ਼ਿਸ਼ ਕੀਤੀ ਆ, ਇੱਕ ਝੂਠੇ ਵਰਤਾਨ ਦੀ, ਕਿ ਉਹਨੂੰ ਕਿਸ ਤਰੀਕੇ ਨਾਲ ਤੋੜਿਆ ਜਾਵੇ। ਇਹਦੇ ਵਿੱਚ ਸੱਚ ਆ ਕਿ ਉਹ ਸਿੰਘ ਕੌਣ ਸਨ ਜਿਹੜੇ ਸੰਘਰਸ਼ ਲੜ ਰਹੇ ਸੀ, ਉਹਨਾਂ ਦੀਆਂ ਜ਼ਿੰਦਗੀਆਂ ਕਿਹੋ ਜਿਹੀਆਂ ਸੀ। ਇਹਨਾਂ ਨੇ ਜਿਨ੍ਹਾਂ ਨੂੰ ਖੂੰਖਾਰ ਅੱਤਵਾਦੀ ਤੇ ਹੋਰ ਦਹਿਸ਼ਤਗਰਦ ਜਗਾਇਆ, ਉਹ ਕਿੰਨੇ ਕੋਮਲ ਹਿਰਦੇ, ਕਿੰਨੇ ਸੁੱਚੇ ਸੱਚੇ ਸਿਦਕ ਸਬਰ ਵਾਲੇ ਤੇ ਪਿਆਰ ਮੁਹੱਬਤ ਵਾਲੀਆਂ ਰੂਹਾਂ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਖਬਰ ਮਿਲੀ ਹੈ ਜਿੱਥੇ ਵੀਰਵਾਰ ਸਵੇਰੇ ਯੂਨੀਵਰਸਿਟੀ ਦੀ ਐਗਜ਼ਾਮੀਨੇਸ਼ਨ ਬ੍ਰਾਂਚ ਦੇ ਵਿੱਚ ਨਵੀਂ ਇਮਾਰਤ ਨੂੰ ਅੱਗ ਲੱਗ ਗਈ। ਅੱਗ ਤੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾਇਆ। ਮੁੱਢਲੀ ਜਾਂਚ ਦੇ ਵਿੱਚ ਸ਼ਾਰਟ ਸਰਕਟ ਦੇ ਨਾਲ ਅੱਗ ਦੇ ਲੱਗਣ ਦੇ ਕਾਰਨ ਮੰਨੇ ਗਏ। ਜਲੰਧਰ ਤੋਂ ਖਬਰ ਹੈ ਜਿੱਥੇ ਓਪਨ ਜੀਪ ਦੇ ਵਿੱਚ ਸਵਾਰ 2 ਨੌਜਵਾਨਾਂ ਤੇ 2 ਬਾਈਕ ਸਵਾਰਾਂ ਦੀ ਆਪਸ ਦੇ ਵਿੱਚ ਝੜਪ ਹੋ ਗਈ ਜੋ ਖੂਨੀ ਹਿੰਸਾ ਦੇ ਵਿੱਚ ਬਦਲ ਗਈ। ਜਦੋਂ ਬਾਈਕ ਸਵਾਰ ਗੌਰਵ ਦੇ ਕਹਿਣ ਤੇ ਜੀਪ ਦੇ ਡਰਾਈਵਰ ਰਾਹੁਲ ਨੇ ਗੱਡੀ ਪਿੱਛੇ ਨਾ ਕੀਤੀ ਤਾਂ ਫਿਰ ਦੋਵਾਂ ਦੇ ਵਿੱਚ ਬਹਿਸ ਹੋ ਗਈ, ਜ਼ੁਬਾਨੀ ਬਹਿਸ ਫਿਰ ਹਥਿਆਰਾਂ ਦੀ ਲੜਾਈ ਦਾ ਰੂਪ ਧਾਰਨ ਕਰ ਗਈ। ਰਾਹੁਲ ਨੇ ਗੱਡੀ ਦੇ ਵਿੱਚੋਂ ਡੰਡੇ ਬਾਹਰ ਕੱਢ ਲਏ, ਹਮਲਾ ਕਰ ਦਿੱਤਾ। ਇਸ ਦੌਰਾਨ ਮੋਟਰਸਾਈਕਲ ਸਵਾਰ ਗੌਰਵ ਜ਼ਖਮੀ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਜੀਪ ਦੇ ਵਿੱਚ ਸਵਾਰ ਇੱਕ ਹੋਰ ਨੌਜਵਾਨ ਸ਼ਿਵਮ ਸੀ, ਉਸਨੇ ਜੀਪ 'ਚ ਪਏ ਲੋਹੇ ਦੇ ਖੰਡੇ ਨੂੰ ਕੱਢ ਲਿਆਂਦਾ ਤੇ ਦੂਸਰੇ ਪਾਸੇ ਤੋਂ ਆਸ਼ੀਸ਼ ਨੇ ਉਹ ਤੋਂ ਖੰਡਾ ਖੋਹ ਕੇ ਉਹਦੇ ਉੱਤੇ ਵਾਰ ਕਰ ਦਿੱਤਾ ਤੇ ਉਸਦਾ ਹੱਥ ਹੀ ਜਿਹੜਾ ਬਾਂਹ ਦੇ ਨਾਲੋਂ ਵੱਖ ਕਰ ਦਿੱਤਾ, ਯਾਨੀ ਕਿ ਗੁੱਟ ਵੱਢ ਦਿੱਤਾ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਆਸ਼ੀਸ਼ ਨੂੰ ਗ੍ਰਿਫਤਾਰ ਕੀਤਾ ਹੈ। ਗੌਰਵ, ਸ਼ਿਵਮ ਤੇ ਰਾਹੁਲ ਹਸਪਤਾਲ ਦੇ ਵਿੱਚ ਦਾਖਲ ਨੇ, ਸੱਟਾਂ ਗੰਭੀਰ ਨੇ। ਪੁਲਿਸ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਅਤੇ ਪੂਰੀ ਦੁਨੀਆ ਤੋਂ। ਨਵੀਂ ਪਾਰਲੀਮੈਂਟ ਦੇ ਉਦਘਾਟਨ ਦਾ ਮਸਲਾ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਪਹੁੰਚ ਗਿਆ ਹੈ। ਸੁਪਰੀਮ ਕੋਰਟ ਦੇ ਵਿੱਚ ਅੱਜ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ ਕਿ ਨਵੀਂ ਸੰਸਦ ਦੀ ਇਮਾਰਤ ਦਾ ਉਦਘਾਟਨ 28 ਮਈ ਨੂੰ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਕਰਵਾਇਆ ਜਾਵੇ। ਪਟੀਸ਼ਨ ਦੇ ਵਿੱਚ ਕਿਹਾ ਗਿਆ ਕਿ ਲੋਕ ਸਭਾ ਸਕੱਤਰੇਤ ਰਾਸ਼ਟਰਪਤੀ ਨੂੰ ਉਦਘਾਟਨ ਦਾ ਸੱਦਾ ਨਾ ਦੇ ਕੇ ਸੰਵਿਧਾਨ ਦੀ ਉਲੰਘਣਾ ਕਰ ਰਿਹਾ ਹੈ। ਵਕੀਲ ਜਯਾ ਸੁਕਿਨ ਦੇ ਵੱਲੋਂ ਦਾਇਰ ਜਨਹਿਤ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਲੋਕ ਸਭਾ ਸਕੱਤਰੇਤ ਦੇ ਵੱਲੋਂ 18 ਮਈ ਨੂੰ ਜਾਰੀ ਬਿਆਨ ਅਤੇ ਨਵੀਂ ਸੰਸਦ ਭਵਨ ਦੇ ਉਦਘਾਟਨ ਸੰਬੰਧੀ ਲੋਕ ਸਭਾ ਦੇ ਸਕੱਤਰ ਜਨਰਲ ਵੱਲੋਂ ਜਾਰੀ ਕੀਤੇ ਗਏ ਸੱਦੇ ਭਾਰਤੀ ਸੰਵਿਧਾਨ ਦੀ ਉਲੰਘਣਾ ਨੇ। ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ ਹੈ ਤੇ ਹੋਰ ਮੰਤਰੀਆਂ ਦੀ ਨਿਯੁਕਤੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਰਾਸ਼ਟਰਪਤੀ ਵੱਲੋਂ ਹੀ ਕੀਤੀ ਜਾਂਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਅਸਲ 28 ਮਈ ਨੂੰ ਨਵੇਂ ਸੰਸਦ ਕੰਪਲੈਕਸ ਦਾ ਉਦਘਾਟਨ ਕਰਨ ਜਾ ਰਹੇ ਨੇ। ਬੜਾ ਹੀ ਆਲੀਸ਼ਾਨ ਇੱਕ ਘਰ ਬਣਾਇਆ ਗਿਆ ਹੈ ਦੇਸ਼ ਦੇ ਨੁਮਾਇੰਦਿਆਂ ਦਾ। ਘੱਟੋ ਘੱਟ 21 ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਉਦਘਾਟਨ ਨਾ ਕਰਵਾਉਣ ਦੇ ਲਈ ਇਸ ਸਮਾਗਮ ਦੇ ਬਾਈਕਾਟ ਦਾ ਫੈਸਲਾ ਵੀ ਲਿਆ ਹੈ। ਪੰਜਾਬ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਬਾਈਕਾਟ ਕੀਤਾ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਥੇ ਜਾਣ ਦਾ ਫੈਸਲਾ
ਲਿਆ ਹੈ ਤੇ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਮਸਲਾ ਪਹੁੰਚ ਗਿਆ ਹੈ। ਪਰ ਇਸ ਦਰਮਿਆਨ ਇਸ ਗੱਲ ਦੀ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਦਘਾਟਨੀ ਸਮਾਰੋਹ ਦੇ ਵਿੱਚ ਰਾਸ਼ਟਰਪਤੀ ਨੂੰ ਸੱਦਾ ਕਿਉਂ ਨਹੀਂ ਦਿੱਤਾ ਗਿਆ। ਨਵੀਂ ਸੰਸਦ ਦੇ ਮੁੱਦੇ ਨਾਲ ਜੁੜੀ ਇੱਕ ਹੋਰ ਖਾਸ ਖਬਰ ਹੈ ਕਿ ਬੀਜੇਪੀ ਨੇ ਕਿਹਾ ਕਿ ਕਾਂਗਰਸ ਨੇ ਸਿੰਗੋਲ ਨੂੰ ਸੋਨੇ ਦੀ ਸੋਟੀ ਕਹਿ ਕੇ ਹਿੰਦੂ ਪਰੰਪਰਾ ਦਾ ਨਿਰਾਦਰ ਕੀਤਾ ਹੈ। ਬੀਜੇਪੀ ਨੇ ਦੱਸਿਆ ਕਿ ਕਾਂਗਰਸ ਨੇ ਕਿਹਾ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਇਸ ਸੋਨੇ ਦੀ ਸੋਟੀ ਤੋਹਫੇ ਵਜੋਂ ਦਿੱਤੀ ਗਈ ਸੀ। ਕਹਿੰਦੇ ਇਸ ਸ਼ਬਦਾਵਲੀ ਦੀ ਵਰਤੋਂ ਕਰਨਾ ਹਿੰਦੂ ਪਰੰਪਰਾ ਦਾ ਅਪਮਾਨ ਹੈ। ਦਰਅਸਲ ਸਿੰਗੋਲ ਨੂੰ ਨਵੀਂ ਪਾਰਲੀਮੈਂਟ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਦੇ ਵਿੱਚ ਸਪੀਕਰ ਦੀ ਕੁਰਸੀ ਦੇ ਨੇੜੇ ਇਸ ਸਿੰਗੋਲ ਨੂੰ ਲਾਉਣਗੇ, ਜਿਸ ਦਿਨ ਉਦਘਾਟਨ ਹੋਵੇਗਾ। ਦਰਅਸਲ ਅਗਸਤ 1947 ਦੇ ਵਿੱਚ ਇਸ ਨੂੰ ਬਰਤਾਨੀਆ ਤੋਂ ਸੱਤਾ ਦੇ ਤਬਾਦਲੇ ਦੇ ਪ੍ਰਤੀਕ ਵਜੋਂ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਦਿੱਤਾ ਗਿਆ ਸੀ ਤੇ ਕਾਂਗਰਸ ਨੇ ਇਸ ਨੂੰ ਸੋਨੇ ਦੀ ਸੋਟੀ ਦੱਸਿਆ ਹੈ ਤੇ ਬੀਜੇਪੀ ਨੇ ਕਿਹਾ ਹੈ ਕਿ ਹਿੰਦੂ ਪਰੰਪਰਾ ਦਾ ਨਿਰਾਦਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਮੁਲਕਾਂ ਦੇ ਦੌਰੇ ਤੋਂ ਵਾਪਸ ਭਾਰਤ ਪਰਤ ਆਏ ਨੇ। ਭਾਰਤ ਪਰਤਨ ਤੇ ਬੀਜੇਪੀ ਦੇ ਵਰਕਰਾਂ ਤੇ ਸਮਰਥਕਾਂ ਨੇ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਮੋਦੀ ਨੇ ਇਸ ਮੌਕੇ ਕਿਹਾ ਕਿ ਉਹਨਾਂ ਨੇ ਆਪਣੀ ਯਾਤਰਾ ਦੌਰਾਨ ਹਰ ਪਲ ਦੀ ਵਰਤੋਂ ਆਪਣੀ ਦੇਸ਼ ਦੀ ਭਲਾਈ ਖਾਤਰ ਕੀਤੀ। ਤਮਿਲਨਾਡੂ ਦੇ ਮੁੱਖ ਮੰਤਰੀ M.K. ਸਟਾਲਿਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਡੇਅਰੀ ਕੰਪਨੀ ਅਮੁਲ ਨੂੰ ਤੁਰੰਤ ਪ੍ਰਭਾਵ ਦੇ ਨਾਲ ਤਮਿਲਨਾਡੂ ਦੇ ਵਿੱਚ ਦੁੱਧ ਖਰੀਦਣ ਤੋਂ ਰੋਕਿਆ ਜਾਵੇ। ਸਟਾਲਿਨ ਨੇ ਵੀਰਵਾਰ ਨੂੰ ਅਮਿਤ ਸ਼ਾਹ ਨੂੰ ਇਹ ਚਿੱਠੀ ਲਿਖੀ ਹੈ, ਯਾਨੀ ਕਿ ਅੱਜ ਲਿਖੀ ਹੈ, ਤੇ ਅਮੁਲ ਨੂੰ ਛੇਤੀ ਨਿਰਦੇਸ਼ ਦੇਣ ਲਈ ਕਿਹਾ ਹੈ। ਉਹਨਾਂ ਨੇ ਕੇਂਦਰ ਸਰਕਾਰ ਦਾ ਧਿਆਨ ਤਮਿਲਨਾਡੂ ਦੇ ਵਿੱਚ ਅਮੁਲ ਦੇ ਵੱਲੋਂ ਦੁੱਧ ਦੀ ਖਰੀਦ ਨੂੰ ਲੈ ਕੇ ਪੈਦਾ ਹੋਏ ਹਾਲਾਤਾਂ ਵੱਲ ਦਿਵਾਇਆ ਹੈ। ਸਟਾਲਿਨ ਨੇ ਚਿੱਠੀ ਵਿੱਚ ਲਿਖਿਆ ਕਿ ਹਾਲ ਹੀ ਵਿੱਚ ਸੂਬਾ ਸਰਕਾਰ ਦੇ ਧਿਆਨ ਵਿੱਚ ਆਇਆ ਕਿ ਅਮੁਲ ਨੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਦੇ ਵਿੱਚ ਇੱਕ ਚਿਲਿੰਗ ਸੈਂਟਰ ਤੇ ਪ੍ਰੋਸੈਸਿੰਗ ਪਲਾਂਟ ਸਥਾਪਿਤ ਕਰਨ ਦੇ ਲਈ ਆਪਣੇ ਬਹੁਰਾਜੀ ਸਹਿਕਾਰੀ ਲਾਇਸੈਂਸ ਦੀ ਵਰਤੋਂ ਕੀਤੀ ਹੈ। ਦੂਜੇ ਦੇ ਇਲਾਕੇ ਦੇ ਵਿੱਚ ਜਾ ਕੇ ਇਸ ਤਰ੍ਹਾਂ ਦਾ ਦੁੱਧ ਖਰੀਦਣਾ ਆਪਰੇਸ਼ਨ ਵਾਈਟ ਰੈਵੋਲੂਸ਼ਨ ਦੀ ਭਾਵਨਾ ਦੇ ਖਿਲਾਫ ਹੈ ਤੇ ਇਸ ਦੇ ਨਾਲ ਦੇਸ਼ ਦੇ ਵਿੱਚ ਦੁੱਧ ਦੇ ਮੌਜੂਦਾ ਸੰਕਟ ਦੇ ਮੱਦੇਨਜ਼ਰ ਖਪਤਕਾਰਾਂ ਦੀਆਂ ਮੁਸ਼ਕਲਾਂ ਵੱਧ ਜਾਣਗੀਆਂ। M.K. ਸਟਾਲਿਨ ਨੇ ਕਿਹਾ ਕਿ ਅਮੁਲ ਦਾ ਇਹ ਕਦਮ ਦੁੱਧ ਦੀ ਖਰੀਦ ਅਤੇ ਮਾਰਕੀਟਿੰਗ ਦੇ ਖੇਤਰ ਦੇ ਵਿੱਚ ਸਹਿਕਾਰੀ ਸੰਸਥਾਵਾਂ ਦੇ ਵਿੱਚ ਬੇਜਾਨ ਮੁਕਾਬਲਾ ਪੈਦਾ ਕਰੇਗਾ। ਹੁਣ ਤੱਕ ਅਮੁਲ ਆਪਣੇ ਉਤਪਾਦ ਤਮਿਲਨਾਡੂ ਦੇ ਵਿੱਚ ਵੇਚਦਾ ਸੀ। ਆਮ ਆਦਮੀ ਪਾਰਟੀ ਦੇ ਲੀਡਰ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤਿੰਦਰ ਜੈਨ ਅੱਜ ਤਿਹਾੜ ਜੇਲ੍ਹ ਦੇ ਗੁਸਲਖਾਨੇ ਦੇ ਵਿੱਚ ਚੱਕਰ ਖਾ ਕੇ ਡਿੱਗ ਪਏ, ਜਿਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜੈਨ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਦੇ ਵਿੱਚ ਪਿਛਲੇ ਸਾਲ ਮਈ ਦੇ ਵਿੱਚ ਈਡੀ ਦੇ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਰਡੀਨੈਂਸ ਮਸਲੇ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਵਿਰੋਧੀ ਧਿਰਾਂ ਦਾ ਸਮਰਥਨ ਹਾਸਲ ਕਰ ਰਹੇ ਨੇ। ਵੀਰਵਾਰ ਨੂੰ ਯਾਨੀ ਕਿ ਅੱਜ ਦੋਵੇਂ ਮੁੱਖ ਮੰਤਰੀ ਮੁੰਬਈ ਦੇ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੂੰ ਮਿਲੇ। ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਦੇ ਸਾਥੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਸ਼ਾਮ ਨੂੰ ਮੁੰਬਈ ਪਹੁੰਚੇ ਸਨ। ਇਸ ਤੋਂ ਪਹਿਲਾਂ ਉਹਨਾਂ ਨੇ ਸ਼ਿਵ ਸੈਨਾ ਦੇ UBT ਦੇ ਪ੍ਰਧਾਨ ਉद्धਵ ਠਾਕਰੇ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਸਮਰਥਨ ਮੰਗਿਆ ਸੀ ਤੇ ਉਹਨਾਂ ਨੇ ਸਮਰਥਨ ਦਾ ਐਲਾਨ ਵੀ ਕਰ ਦਿੱਤਾ ਸੀ। ਤੇ ਸ਼ਰਦ ਪਵਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ CBI ਤੇ ED ਦੀ ਮਦਦ ਨਾਲ ਸੂਬਿਆਂ ਦੇ ਵਿੱਚ ਸਰਕਾਰਾਂ ਡੇਗੀਆਂ ਜਾ ਰਹੀਆਂ ਨੇ। ਕੇਜਰੀਵਾਲ ਨੇ ਦਾਅਵਾ ਵੀ ਕੀਤਾ ਕਿ ਇਹ ਰਾਜ ਸਭਾ ਦੇ ਵਿੱਚ ਸੈਮੀਫਾਈਨਲ ਵਾਂਗੂ ਹੋਏਗਾ। ਜੇ ਬਿੱਲ ਨੂੰ ਰਾਜ ਸਭਾ ਦੇ ਵਿੱਚ ਹਾਰ ਮਿਲਦੀ ਹੈ ਤਾਂ ਮੋਦੀ ਸਰਕਾਰ 2024 ਦੇ ਵਿੱਚ ਸੱਤਾ ਦੇ ਵਿੱਚ ਨਹੀਂ ਆਏਗੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਸਾਡੀ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਰਾਜਸਥਾਨ ਦੇ ਅਲਵਰ ਤੋਂ ਖਬਰ ਹੈ, ਜਿੱਥੇ ਰਕਬਰ ਖਾਨ ਨੂੰ ਕੁੱਟ ਕੇ ਮਾਰਨ ਦੇ ਮਾਮਲੇ ਦੇ ਵਿੱਚ ਸਥਾਨਕ ਅਦਾਲਤ ਨੇ 4 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ 7 ਸਾਲ ਦੀ ਸਜ਼ਾ ਸੁਣਾਈ ਹੈ। ਕਰੀਬ 5 ਸਾਲ ਪਹਿਲਾਂ ਰਕਬਰ ਉਰਫ ਅਕਬਰ ਨੂੰ ਗਊ ਰੱਖਿਅਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਅਦਾਲਤ ਨੇ ਮਾਮਲੇ ਦੇ 5ਵੇਂ ਮੁਲਜ਼ਮ ਨਵਲ ਕਿਸ਼ੋਰ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕਰ ਦਿੱਤਾ। ਸਰਕਾਰੀ ਵਕੀਲ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਕੇਸ ਦੀ ਸੁਣਵਾਈ ਕਰਦਿਆਂ ਵਧੀਕ ਜ਼ਿਲ੍ਹਾ ਜੱਜ ਨੇ ਮੁਲਜ਼ਮ ਪਰਮਜੀਤ ਧਰਮਿੰਦਰ ਨਰੇਸ਼ ਤੇ ਵਿਜੇ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਅੱਜ ਕਿਹਾ ਕਿ ਏਸ਼ੀਆ ਕੱਪ ਦੇ ਸਥਾਨ ਦਾ ਫੈਸਲਾ IPL ਫਾਈਨਲ ਤੋਂ ਬਾਅਦ ਹੋਣ ਵਾਲੀ ਮੀਟਿੰਗ 'ਚ ਕੀਤਾ ਜਾਵੇਗਾ, ਜਿਸ ਵਿੱਚ ਏਸ਼ੀਅਨ ਕ੍ਰਿਕਟ ਕੌਂਸਲ ਦੇ ਉੱਚ ਅਧਿਕਾਰੀ ਸ਼ਾਮਲ ਹੋਣਗੇ। ਜੈ ਸ਼ਾਹ ਨੇ ਦੱਸਿਆ ਕਿ ਏਸ਼ੀਆ ਕੱਪ ਦਾ ਸਥਾਨ ਤੈਅ ਨਹੀਂ ਹੋਇਆ। ਅਸੀਂ ਇਸ ਸਮੇਂ IPL ਦੇ ਵਿੱਚ ਰੁੱਝੇ ਹੋਏ ਹਾਂ, ਪਰ ਸ਼੍ਰੀਲੰਕਾ ਕ੍ਰਿਕਟ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਪ੍ਰਮੁੱਖ ਅਧਿਕਾਰੀ IPL ਫਾਈਨਲ ਦੇਖਣ ਆ ਰਹੇ ਨੇ। ਅਸੀਂ ਇਸ ਤੇ ਚਰਚਾ ਕਰਕੇ ਢੁਕਵੇਂ ਸਮੇਂ ਤੇ ਕੋਈ ਫੈਸਲਾ ਲਵਾਂਗੇ। ਦਰਅਸਲ ਪਾਕਿਸਤਾਨ ਇਸ ਸਾਲ ਏਸ਼ੀਆ ਕੱਪ ਦਾ ਮੇਜ਼ਬਾਨ ਹੈ, ਪਰ ਭਾਰਤੀ ਕ੍ਰਿਕਟ ਟੀਮ ਕੇਂਦਰ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਗੁਆਂਢੀ ਮੁਲਕ ਦੀ ਯਾਤਰਾ ਨਹੀਂ ਕਰ ਸਕਦੀ ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਨਜ਼ਮ ਸੇਠੀ ਨੇ ਹਾਈਬ੍ਰਿਡ ਮਾਡਲ ਦਾ ਪ੍ਰਸਤਾਵ ਰੱਖਿਆ ਤਾਂ ਜੋ 4 ਮੈਚ ਆਪਣੇ ਦੇਸ਼ ਦੇ ਵਿੱਚ ਕਰਵਾਏ ਜਾ ਸਕਣ।
ਦੁਬਈ ਜਾ ਰਿਹਾ ਇੰਡੀਗੋ ਜਹਾਜ਼ ਅੱਜ ਸਵੇਰੇ ਮੰਗਲੌਰ ਦੇ ਕੌਮਾਂਤਰੀ ਹਵਾਈ ਅੱਡੇ ਦੇ ਰਨਵੇ ਤੇ ਪੰਛੀ ਦੇ ਨਾਲ ਟਕਰਾ ਗਿਆ, ਜਿਸ ਕਰਕੇ ਉਡਾਣ ਨੂੰ ਰੱਦ ਕਰਨਾ ਪਿਆ। ਸੂਤਰਾਂ ਨੇ ਦੱਸਿਆ ਕਿ ਘਟਨਾ ਸਵੇਰੇ 8:30 ਵਜੇ ਦੇ ਕਰੀਬ ਵਾਪਰੀ। ਪੰਛੀ ਜਹਾਜ਼ ਦੇ ਖੰਭ ਨਾਲ ਉਸ ਵਕਤ ਟਕਰਾਇਆ ਜਦੋਂ ਜਹਾਜ਼ ਉਡਾਣ ਭਰਨ ਵਾਲਾ ਸੀ, ਰਨਵੇ ਤੇ ਦੌੜ ਰਿਹਾ ਸੀ। ਪਾਇਲਟ ਨੇ ਤੁਰੰਤ 에ਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ ਤੇ ਉਡਾਣ ਨੂੰ ਰੋਕ ਦਿੱਤਾ। ਘਟਨਾ ਤੋਂ ਬਾਅਦ 160 ਯਾਤਰੀਆਂ ਨੂੰ ਜਹਾਜ਼ 'ਚੋਂ ਉਤਾਰ ਦਿੱਤਾ ਤੇ ਕਿਸੇ ਹੋਰ ਜਹਾਜ਼ ਰਾਹੀਂ ਰਵਾਨਾ ਕੀਤਾ ਗਿਆ। ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੌਮ ਦੇ ਵੱਲੋਂ ਐਲਾਨੇ 27 ਨਵੇਂ ਜੱਜਾਂ ਦੇ ਵਿੱਚ ਇੱਕ ਭਾਰਤੀ ਅਮਰੀਕੀ ਅਟਾਰਨੀ ਵੀ ਸ਼ਾਮਲ ਹੈ। ਸਵੀਨਾ ਪਨੂ ਸਟੈਨਿਸਲਾਸ ਕਾਉਂਟੀ ਸੁਪੀਰੀਅਰ ਕੋਰਟ ਦੇ ਵਿੱਚ ਜੱਜ ਵਜੋਂ ਸੇਵਾ ਨਿਭਾਏਗੀ। ਪਨੂ ਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਯੂਨੀਵਰਸਿਟੀ ਆਫ ਐਬਰਡੀਨ ਸਕੂਲ ਆਫ ਲਾਅ ਤੋਂ ਮਾਸਟਰ ਆਫ ਲਾਅ ਦੀ ਡਿਗਰੀ ਹਾਸਲ ਕੀਤੀ ਹੈ। ਬੰਗਲਾਦੇਸ਼ ਦੇ ਵਿੱਚ ਅਗਲੇ ਸਾਲ ਯਾਨੀ ਕਿ 2024 ਦੇ ਵਿੱਚ ਆਮ ਚੋਣਾਂ ਹੋਣਗੀਆਂ। ਇਹਨਾਂ ਚੋਣਾਂ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੰਗਲਾਦੇਸ਼ ਦੇ ਲਈ ਨਵੀਂ ਵੀਜ਼ਾ ਨੀਤੀ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਉਹ ਆਜ਼ਾਦ, ਨਿਰਪੱਖ ਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਦੇ ਲਈ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਕਾਨੂੰਨ ਦੇ ਤਹਿਤ ਨਵੀਂ ਵੀਜ਼ਾ ਨੀਤੀ ਲਿਆ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇ ਕੋਈ ਲੋਕਤੰਤਰੀ ਢੰਗ ਨਾਲ ਹੋਈਆਂ ਚੋਣਾਂ ਨੂੰ ਵਿਗਾੜਨ ਦੇ ਲਈ ਜ਼ਿੰਮੇਦਾਰ ਪਾਇਆ ਜਾਂਦਾ ਹੈ ਤਾਂ ਉਸ ਦੇ ਵੀਜ਼ੇ ਤੇ ਪਾਬੰਦੀ ਲਾਈ ਜਾ ਸਕਦੀ ਹੈ। ਇਹਦੇ ਵਿੱਚ ਬੰਗਲਾਦੇਸ਼ ਸਰਕਾਰ ਅਤੇ ਵਿਰੋਧੀ ਧਿਰ ਦੇ ਲੀਡਰ, ਕਾਨੂੰਨੀ ਸੰਸਥਾਵਾਂ ਦੇ ਮੈਂਬਰ, ਨਿਆਂਪਾਲਕਾਂ ਤੇ ਸੁਰੱਖਿਆ ਸੇਵਾਵਾਂ ਦੇ ਲੋਕ ਵੀ ਸ਼ਾਮਲ ਹੋਣਗੇ। ਅਮਰੀਕਾ ਨੇ ਕਿਹਾ ਕਿ ਇਸ ਫੈਸਲੇ ਬਾਰੇ ਬੰਗਲਾਦੇਸ਼ ਸਰਕਾਰ ਨੂੰ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਜਾਣੂ ਕਰਵਾ ਦਿੱਤਾ ਗਿਆ ਸੀ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇੱਥੇ ਇਜਾਜ਼ਤ ਚਾਹੁੰਦੇ ਹਾਂ। ਸਵੇਰ ਦੀਆਂ ਖਬਰਾਂ ਦੇ ਵਿੱਚ ਫਿਰ ਮਿਲਾਂਗੇ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ। ਧੰਨਵਾਦ।